ਪਹਿਰਾਵਾ ਇੱਕ ਪਰਿਭਾਸ਼ਾ ਹੈ, ਇੱਕ ਭਾਸ਼ਾ ਹੈ। ਕਿਸੇ ਦੇ ਲੀੜਿਆਂ ਦੇ ਵਿੱਚੋਂ ਆਪਾਂ ਜੇਕਰ ਉਸ ਦੀ ਪਰਸਨੈਲਿਟੀ ਨੂੰ ਦੇਖਦੇ ਹਾਂ ਜਾਂ ਕਿਸੇ ਦੇ ਭਾਵ ਜਾਂ ਵੇੜੇ ਨੂੰ ਪਛਾਣਦੇ ਹਾਂ ਤਾਂ ਇਹ ਬੋਲੀ ਦੀ ਸਮਝ ਕਿਵੇਂ ਆਉਂਦੀ ਹੈ? ਤੁਹਾਡੇ ਵਿੱਚ ਇਹ ਸਮਝ ਜਾਂ ਇਹ ਚਿਣਗ ਕਦੋਂ ਲੱਗੀ ਤੇ ਕਿਵੇਂ ਲੱਗੀ? ਚਿੱਟੇ ਰੰਗ ਤਾਂ ਅਸੀਂ ਰੱਖ ਨਹੀਂ ਸੀ ਸਕਦੇ, ਉਹ ਮਤਲਬ ਸਿਨੇਮੈਟਿਕ ਸੋਹਣੇ ਨਹੀਂ ਲੱਗਦੇ। ਚਿੱਟੇ ਕਰੀਮ ਰੰਗ ਹੁੰਦੇ ਸੀ ਜ਼ਿਆਦਾ ਉਸ ਟਾਈਮ, ਜ਼ਿਆਦਾ ਗ੍ਰੇ ਰੰਗ ਹੋ ਗਿਆ ਹੋਊਗਾ ਜਾਂ ਮਿੱਟੀ ਰੰਗਾ ਕੋਈ ਵੀ ਰੰਗ। ਫਿਰ ਅਸੀਂ ਕਲਰਸ ਯੂਜ਼ ਕੀਤੇ ਹੈ ਲੇਕਿਨ ਬਹੁਤ ਡਲ ਸ਼ੇਡਸ ਯੂਜ਼ ਕੀਤੇ ਹੈ। ਡਿਟੇਲਿੰਗ ਸੀਗੀ ਲਾਈਕ ਜਿੱਦਾਂ ਵੀ ਪੋਕਟਸ ਕਿਹਦੇ ਹੋਣਗੀਆਂ ਹੈ ਨਾ, ਥੋੜਾ ਅਮੀਰ ਬੰਦਾ ਜਿਹੜਾ ਬਾਹਰ ਘੁੰਮਦਾ ਫਿਰਦਾ ਹੋਊਗਾ ਉਹਦੇ ਪੋਕਟ ਹੋ ਸਕਦੀ ਹੈ, ਜਿਹੜਾ ਵੈਲੀ ਬੰਦੇ ਜਿੱਦਾਂ ਪਿੰਡ ਦੇ ਮੁੰਡੇ ਹੁੰਦੇ ਘੁੰਮਦੇ ਉਹਦੇ ਵੈਲੀ, ਜਿੱਦਾਂ ਕਿ ਕਿਸ਼ਨੇ ਮੋੜ ਦੇ ਦਿਖਾਈ ਗਈ ਹੈ ਵੀ ਉਹ ਬੰਦਾ ਬਾਹਰ ਜੈਂਬਲ ਦਾ ਵੀ ਦੋਸਤ ਹੈ ਜਾਂ ਉਹਦੇ ਕੋਲੋਂ ਕੁੜਤਾ ਹੋ ਸਕਦਾ ਹੈ ਨਾ। ਤੇ ਐਮੀ ਸਰ ਦੇ ਕਦੀ ਕਦੀ ਵੀ ਜਦੋਂ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਜਾਂਦੇ ਤਾਂ ਤਿਆਰ ਹੋ ਕੇ ਜਾਊਗਾ, ਉਹਦੇ ਕਿਤੋਂ ਅਰੇਂਜ ਕੀਤਾ ਹੋਊਗਾ ਲੌਜੀਕਲੀ ਹੈ ਨਾ। ਸੇਮ ਡੇ ਤੇ ਦੋ ਮੋੜ ਆਮੋ ਸਾਹਮਣੇ ਕਰਨ ਦੀ ਕੀ ਲੋੜ ਪੈ ਗਈ ਸੀ? ਵੀ ਇਹ ਸਿਆਸਤ ਸੀ, ਇਸ ਚੀਜ਼ ਦਾ ਕੋਈ ਪ੍ਰਭਾਵ ਔਨ ਸੈੱਟ ਜਾਂ ਆਫਟਰ ਰਿਲੀਜ਼ ਮਹਿਸੂਸ ਹੋਇਆ? ਪੱਗ ਕੁੜਤਾ ਤੇ ਮੁੱਛ ਦਾੜੀ, ਕਿੰਨੀ ਹੌਲੀ ਤੇ ਕਿੰਨੀ ਭਾਰੀ, ਚਾਦਰੇ ਨਾਲ ਖਹਿੰਦੀ ਜੁੱਤੀ ਝੱਟ ਬੋਲਦੀ ਏ, ਜ਼ੁਬਾਨ ਤੋਂ ਪਹਿਲਾਂ ਅੱਖ ਬੋਲਦੀ ਏ। ਪਹਿਰਾਵਾ ਇੱਕ ਪਰਿਭਾਸ਼ਾ ਹੈ, ਇੱਕ ਭਾਸ਼ਾ ਹੈ। ਤੇ ਸਾਡੇ ਨਾਲ ਅੱਜ ਜੋ ਸ਼ਖਸੀਅਤ ਮੌਜੂਦ ਨੇ ਉਹ ਇਸ ਭਾਸ਼ਾ ਦੇ ਮਾਹਰ ਨੇ, ਭਾਵ ਕਿ ਪਹਿਰਾਵਿਆਂ ਦੇ ਮਾਹਰ ਨੇ। ਸਿਨੇਮੇ ਦੇ ਵਿੱਚ ਜਦੋਂ ਜ਼ਿੰਦਗੀ ਨੂੰ ਇੱਕ ਤਰੀਕੇ ਉਸ ਦਾ ਰੂਪ ਸਿਰਜਿਆ ਜਾਂਦਾ ਤਾਂ ਉਸ ਦੇ ਵਿੱਚ ਪਹਿਰਾਵੇ ਦੀ ਕੀ ਮਹੱਤਵਤਾ ਹੁੰਦੀ ਹੈ, ਕਿਵੇਂ ਉਹਨਾਂ ਵੇਲਿਆਂ ਦੇ ਵਿੱਚ ਜੇਕਰ ਕੋਈ ਪੀਰੀਓਡਿਕ ਫਿਲਮ ਆ, ਜੇਕਰ ਉਹ ਕਿਸੇ ਹੋਰ ਸਦੀ ਦੀ ਗੱਲ ਕਰਦੀ ਹੈ, ਕਿਸੇ ਹੋਰ ਵੇਲੇ ਦੀ, ਕਿਸੇ ਹੋਰ ਥਾਂ ਦੀ ਗੱਲ ਕਰਦੀ ਹੈ, ਤਾਂ ਉਸ ਵੇਲੇ ਦੇ ਪਹਿਰਾਵੇ ਨੂੰ ਕਿਵੇਂ ਜਿਉਂਦਾ ਕੀਤਾ ਜਾਂਦਾ ਹੈ, ਸਭ ਕੁਝ ਜਾਣਾਂਗੇ। ਹਾਲ ਹੀ ਦੇ ਵਿੱਚ ਮੌੜ ਫਿਲਮ ਆਈ, ਐਮੀ ਵਿਰਕ, ਦੇਵ ਕਰੋੜ ਵਰਗੀ ਸਟਾਰ ਕਾਸਟ ਉਸ ਦੇ ਵਿੱਚ ਸੀ, ਜਿਸ ਨੂੰ ਕਿ ਭਰਮਾ ਹੁੰਗਾਰਾ ਵੀ ਮਿਲਿਆ। ਸਾਡੇ ਨਾਲ ਅੱਜ ਉਸੇ ਫਿਲਮ ਦੇ ਤੇ ਹੋਰਾਂ ਕਈ ਫਿਲਮਾਂ ਦੇ ਵਿੱਚ ਜੋ ਕਿ ਤੁਹਾਨੂੰ ਅੱਗੇ ਵੀ ਕੰਮ ਕਰਦੇ ਨਜ਼ਰ ਆਉਣਗੇ, ਸਾਡੇ ਨਾਲ ਮੌਜੂਦ ਨੇ। ਕਾਸਟਿਊਮ ਡਿਜ਼ਾਈਨਰ ਨੇ ਤਜਿੰਦਰ ਕੌਰ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜਿਸ ਤਰੀਕੇ ਦੀ ਮੈਂ ਕਿਹਾ ਕਿ ਪਹਿਰਾਵਾ ਇੱਕ ਪਰਿਭਾਸ਼ਾ ਹੈ, ਇੱਕ ਭਾਸ਼ਾ ਹੈ। ਆਪਾਂ ਕੁਝ ਵੀ ਬੋਲਣ ਤੋਂ ਪਹਿਲਾਂ, ਜਦੋਂ ਆਪਣੀ ਜ਼ੁਬਾਨ ਬੋਲਦੀ ਹੈ ਉਸ ਤੋਂ ਪਹਿਲਾਂ ਦੂਜੇ ਬੰਦੇ ਦੀ ਅੱਖ ਸਾਡੀ ਅੱਖ ਨੂੰ ਪੜ੍ਹ ਲੈਂਦੀ ਹੈ, ਸਾਡੀ ਦਿੱਖ ਨੂੰ ਪੜ੍ਹ ਲੈਂਦੀ ਹੈ। ਅਤੇ ਜਾਣੇ ਅਣਜਾਣੇ ਦੇ ਵਿੱਚ ਆਪਾਂ ਆਪਣੇ ਬਾਰੇ ਬੋਲਣ ਤੋਂ ਪਹਿਲਾਂ ਵੀ ਅਗਲੇ ਬੰਦੇ ਨੂੰ ਬਹੁਤ ਕੁਝ ਦੱਸ ਦਿੰਦੇ ਹਾਂ। ਉਹ ਆਪਣੇ ਪਹਿਰਾਵੇ ਦਾ ਇੱਕ ਹਿੱਸਾ। ਅਤੇ ਕਿਉਂਕਿ ਤੁਸੀਂ ਇਸ ਭਾਸ਼ਾ ਦੇ ਮਾਹਰ ਹੋ, ਜਿਵੇਂ ਮੈਂ ਦੱਸਿਆ, ਤਾਂ ਸਭ ਤੋਂ ਪਹਿਲਾਂ ਤਾਂ ਇਸ ਬੋਲੀ ਨੂੰ ਸਮਝਣਾ ਕਿਵੇਂ ਹੁੰਦਾ? ਮੰਨ ਲਓ ਕਿਸੇ ਦੇ ਲੀੜਿਆਂ ਦੇ ਵਿੱਚੋਂ ਆਪਾਂ ਜੇਕਰ ਉਸ ਦੀ ਪਰਸਨੈਲਿਟੀ ਨੂੰ ਦੇਖਦੇ ਹਾਂ ਜਾਂ ਕਿਸੇ ਦੇ ਭਾਵ ਜਾਂ ਵੇੜੇ ਨੂੰ ਪਛਾਣਦੇ ਹਾਂ ਤਾਂ ਇਹ ਬੋਲੀ ਦੀ ਸਮਝ ਕਿਵੇਂ ਆਉਂਦੀ ਹੈ? ਤੁਹਾਡੇ ਵਿੱਚ ਇਹ ਸਮਝ ਜਾਂ ਇਹ ਚਿਣਗ ਕਦੋਂ ਲੱਗੀ ਤੇ ਕਿਵੇਂ ਲੱਗੀ? ਇਹ ਜਿਹੜੀ ਸਮਝ ਸੀ ਤਾਂ ਸਕੂਲ ਟਾਈਮ ਤੋਂ ਸੀਗੀ ਕਹਾਂ ਮੈਂ। ਅਤੇ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਕੋਰਸ ਕੀਤਾ ਇੱਕ, ਫਿਰ ਉਸ ਤੋਂ ਬਾਅਦ ਮਾਸਟਰਸ ਕੀਤੀ, ਫਿਰ PhD ਵੀ ਸ਼ੁਰੂ ਕੀਤੀ। ਫਿਰ ਚਲੋ PhD 'ਚ ਮੈਂ ਅੱਗੇ ਨਹੀਂ ਗਈ ਬਿਕਾਜ਼ ਮੈਨੂੰ ਇੱਦਾਂ ਲੱਗਦਾ ਸੀ ਕਿ ਵਕਤ ਬਹੁਤ ਜਾ ਰਿਹਾ। ਅਤੇ ਉਸ ਤੋਂ ਬਾਅਦ ਫਿਰ ਮੈਂ ਥੀਏਟਰ ਜੁਆਇਨ ਕੀਤਾ। ਅਤੇ ਥੀਏਟਰ ਨੂੰ ਮੈਂ ਮੰਨਾਂਗੀ ਮੈਨੂੰ ਮਤਲਬ ਰਾਣੀ ਬਲਵੀਰ ਕੌਰ ਜੀ ਨਾਲ ਮੈਂ ਸ਼ੁਰੂ ਕੀਤਾ ਸੀ, ਇੱਕ ਪਲੇਅ ਕੀਤਾ ਸੀਗਾ ਅਗਨੀ ਬਰਖਾ। ਮੇਰਾ ਪਹਿਲਾ ਪਲੇਅ ਸੀ, ਮਤਲਬ ਪਹਿਲੀ ਪਰਫੋਰਮੈਂਸ ਕਹਿ ਸਕਦੀ ਹਾਂ ਐਜ਼ ਏ ਕਾਸਟਿਊਮ ਡਿਜ਼ਾਈਨਰ। ਅਤੇ ਮੈਂ ਜੋ ਵੀ ਸਿੱਖਿਆ ਮੈਮ ਤੋਂ ਸਿੱਖਿਆ ਕਿ ਇਸ ਚੀਜ਼ ਨੂੰ ਸਮਝਣਾ ਕਿਵੇਂ ਹੈ, ਕਿਸੇ ਕਰੈਕਟਰ ਨੂੰ ਕਿਵੇਂ ਸਮਝਣਾ, ਵੀ ਇਹਦੀ ਕਿਸੇ ਕਰੈਕਟਰ ਨੂੰ ਦੀ ਉਮਰ ਕਿਵੇਂ ਦਿਖਾਣੀ ਜਾਂ ਕੋਈ ਅਮੀਰ ਕਿੱਦਾਂ ਦਿਖਾਣਾ, ਸਾਰਾ ਮੈਮ ਤੋਂ ਹੀ ਸਾਰਾ ਸਿੱਖਿਆ, ਥਰੂ ਥੀਏਟਰ ਹੀ ਸਿੱਖਿਆ ਸਾਰਾ। ਅਤੇ ਜਦੋਂ ਇੱਕ ਮਾਹੌਲ ਹੁੰਦਾ, ਇੱਕ ਪਰਿਵਾਰ ਹੋ ਜਾਂਦਾ ਬਹੁਤ ਵੱਡਾ, ਜਦੋਂ ਆਪਾਂ ਕਿਸੇ ਵੀ ਖਾਸ ਤੌਰ 'ਤੇ ਜੇ ਵੱਡੇ ਪ੍ਰੋਡਕਸ਼ਨ ਹਾਊਸ ਤੋਂ ਆ ਰਹੀ ਹੈ ਕੋਈ ਮੂਵੀ, ਤਾਂ ਉਸ ਦੇ ਵਿੱਚ ਜਦੋਂ ਬਹੁਤ ਸਾਰੇ ਕਿਰਦਾਰ ਨੇ, ਬਹੁਤ ਸਾਰੇ ਜਿਹੜੇ ਬੈਕ ਸਟੇਜ ਕੰਮ ਕਰਨ ਵਾਲੇ ਨੇ ਉਹ ਵੀ ਨੇ ਉੱਥੇ, ਬਹੁਤ ਰੌਲਾ ਗੋਲਾ ਵੀ ਹੁੰਦਾ, ਕਈ ਚੀਜ਼ਾਂ ਬਹੁਤ ਪਲੈਨਡ ਹੁੰਦੀਆਂ ਨੇ। ਪਰ ਜੇ ਮੌਕੇ 'ਤੇ ਜਾ ਕੇ ਕੋਈ ਪਲਾਨ ਫੇਲ ਹੋ ਜਾਂਦਾ, ਮੰਨ ਲਓ ਮੌੜ ਫਿਲਮ ਦੇ ਵਿੱਚ ਕੋਈ ਸੀਨ ਆ ਜਿਹਦਾ ਤੁਸੀਂ ਕੁਛ ਪਲਾਨ ਕੀਤਾ ਬਟ ਅਲਟੀਮੇਟਲੀ ਉਹ ਮੌਕੇ 'ਤੇ ਤੁਹਾਨੂੰ ਕਹਿ ਦਿੱਤਾ ਗਿਆ ਕਿ ਇੱਦਾਂ ਨਹੀਂ ਹੋਣਾ, ਇੱਦਾਂ ਹੋਣਾ ਹੈ, ਤਾਂ ਜਿਹਨੂੰ ਪੰਜਾਬੀ ਦੇ ਵਿੱਚ ਜੁਗਾੜ ਕਹਿ ਲਈਏ, ਉਹ ਕਿਵੇਂ ਕੀਤਾ ਜਾਂਦਾ ਫਿਰ? ਖੈਰ ਮੌੜ ਫਿਲਮ 'ਚ ਤਾਂ ਇਹ ਹਰ ਤੀਜੇ ਚੌਥੇ ਦਿਨ ਹੁੰਦਾ ਹੀ ਸੀਗਾ। ਅਤੇ ਜੁਗਾੜ ਸਾਡੇ ਇੱਦਾਂ ਸੀਗੇ, ਪਹਿਲੇ 15 ਦਿਨ ਤਾਂ ਨਹੀਂ ਮੈਂ ਸਮਝ ਪਾਈ ਬਿਕਾਜ਼ ਮੇਰੇ ਲਈ ਬਹੁਤ ਨਵਾਂ ਐਕਸਪੀਰੀਅੰਸ ਸੀਗਾ, ਕਿਉਂਕਿ ਰਿਦਮ ਬॉयਜ਼ ਜਿਹੜਾ ਕਿ ਬਹੁਤ ਵੱਡੀਆਂ ਫਿਲਮਾਂ ਸ਼ੁਰੂ ਤੋਂ ਹੀ ਬਣਾਉਂਦਾ ਆ ਰਿਹਾ, ਤਾਂ ਉਹਨਾਂ ਦਾ ਤਰੀਕਾ ਹੀ ਇਹ ਹੈ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਨੇ ਕਿੱਦਾਂ ਹੈਂਡਲ ਕਰਨਾ ਨਾ, ਉਹ ਸਿੱਖ ਚੁੱਕੇ ਹੋਏ। ਅਤੇ ਮੇਰੇ ਲਈ ਬੜਾ ਹੀ ਇਹ ਮਤਲਬ ਚੈਲੰਜ ਸੀਗਾ। 15 ਦਿਨ ਮੈਂ ਬਹੁਤ ਟਫ ਲੱਗਿਆ, ਔਖੀ ਹੁੰਦੀ ਰਹੀ, ਲੜਾਈਆਂ ਹੁੰਦੀਆਂ ਰਹੀਆਂ ਨਾ, ਸਮਝਣ 'ਚ ਮਤਲਬ ਬਹੁਤ ਸਟਰਗਲ ਹੋਇਆ ਚੀਜ਼ਾਂ ਨੂੰ ਕਰਨਾ, ਕਿਉਂਕਿ ਰੋਜ਼ ਇੱਦਾਂ ਹੁੰਦਾ ਸੀ ਵੀ ਅੱਜ ਅਸੀਂ ਇਹ ਸੀਨ ਨਹੀਂ ਕਰ ਰਹੇ, ਵੀ ਅੱਜ ਉਹ ਸ਼ਾਇਦ ਮੌਸਮ ਦਾ ਕੁਝ ਹੋ ਗਿਆ ਜਾਂ ਇਹ ਬੰਦਾ ਅਵੇਲੇਬਲ ਨਹੀਂ ਹੈ, ਕੱਲ੍ਹ ਆ ਰਿਹਾ, ਇਹਨੂੰ ਇੰਪੋਰਟੈਂਟ ਕੰਮ ਹੈ, ਕੁਝ ਵੀ ਇੱਦਾਂ ਕਰਕੇ ਹੁੰਦਾ ਰਿਹਾ।
ਬਟ ਜਿਹੜੀ ਟੀਮ ਸੀਗੀ ਜਿਹੜੀ ਮੇਰੇ ਨਾਲ, ਉਹ ਕਾਰਜ ਸਰ ਨੇ ਮੈਨੂੰ ਆਪਣੇ ਹੀ ਬੰਦੇ ਜਿਹੜੇ ਪਿਛਲੀ ਫਿਲਮਾਂ ਕਰ ਚੁੱਕੇ ਸੀ, ਮੇਰਾ ਮਤਲਬ ਕਾਰਜ ਸਰ ਨੇ ਮੈਨੂੰ ਉਹੀ ਦਿੱਤੇ ਸੀ, ਜਿਹੜੇ ਟੇਲਰ ਸੀਗੇ, ਜਿਹੜੇ ਅਸਿਸਟੈਂਟ ਸੀਗੇ, ਐਂਡ ਜਿਹੜੇ ਮਤਲਬ ਡਰੈਸਮੈਨ ਸੀ, ਜਿਹੜਾ ਕਿ ਬਹੁਤ ਇੰਪੋਰਟੈਂਟ ਹੁੰਦਾ। ਤੇ ਉਹਨਾਂ ਦੀ ਹੈਲਪ ਨਾਲ ਮੈਂ ਇਹ ਚੀਜ਼ ਨੂੰ ਕਰ ਪਾਈ, ਕਿਉਂਕਿ ਉਹਨਾਂ ਨਾਲ ਤੁਹਾਡੀ ਟਿਊਨਿੰਗ ਸੀ। ਉਹ ਟਿਊਨਿੰਗ ਬਹੁਤ ਸੋਹਣੀ ਪਹਿਲੇ ਦਿਨ ਤੋਂ ਬਣੀ, ਤੇ ਉੱਤੋਂ ਦੀ ਮੈਨੂੰ ਮੋਟੀਵੇਟ ਕਰਦੇ ਸੀ ਹਰ ਘੰਟੇ। ਜਦੋਂ मैं उन्होंने कहती सी कि यार भी आ हो गया, ये तो पॉसिबल नहीं, अरे मैम ऐसा हो जाएगा, आप देखिए तो सही, हम करेंगे ना, हम है ना, आप हमें एक बार बोलिए तो सही। और ਮੈਨੂੰ ਇੱਦਾਂ ਲੱਗਦਾ ਹੁੰਦਾ ਸੀ ਕਿ ਗੱਲਾਂ ਹੀ ਮਾਰਦੇ ਸ਼ਾਇਦ, ਔਰ ਰਿਐਲਿਟੀ 'ਚ ਇਹ ਸੱਚ ਸੀਗਾ ਕਿ ਜਦੋਂ ਇੱਦਾਂ ਦੀ ਕੋਈ ਸਿਚੁਏਸ਼ਨ ਆਈ ਆ ਤੇ ਵੀ ਇੱਦਾਂ ਨਹੀਂ ਇਹ ਕਰਨਾ ਕਿ ਆਪ ਕਿੰਨੀ ਦੇਰ ਮੇਂ ਕਰ ਸਕਤੇ ਹੈ, ਉਹ ਮੈਨੂੰ ਘੰਟੇ ਮਿੰਟਾਂ 'ਚ ਕਰਕੇ ਦਿਖਾਉਂਦੇ ਹੁੰਦੇ ਸੀ। ਮਤਲਬ ਉਹਨਾਂ ਦੀ ਮਤਲਬ ਕੋਸ਼ਿਸ਼ ਨਾਲ, ਉਹਨਾਂ ਦੀ ਹੱਲਾਸ਼ੇਰੀ ਨਾਲ, ਉਹਨਾਂ ਦੇ ਸਾਥ ਨਾਲ ਇਹ ਪੋਸੀਬਲ ਹੋ ਸਕਿਆ। ਫਿਰ ਉਹ ਬਸ ਮਹੀਨਾ ਜਦੋਂ ਗੁਜ਼ਰ ਗਿਆ, ਜਦੋਂ ਫਿਲਮ ਦਾ, ਉਸ ਤੋਂ ਬਾਅਦ ਕਦੋਂ ਪਤਾ ਨਹੀਂ ਲੱਗਿਆ ਕਿ ਕਦੋਂ ਉਹ ਸਾਰੇ ਉਸ 'ਚ ਢਲ ਗਏ ਸੀ ਸਾਰੇ। ਮੈਂ ਵੀ ਐਕਸਪਰਟ ਹੋ ਗਈ, ਮਤਲਬ ਉਸ ਸਿਚੁਏਸ਼ਨਸ ਨੂੰ ਹੈਂਡਲ ਕਰਨਾ, ਸਾਰਾ ਕੁਝ ਵੀ ਉਹ ਬਸ ਹੌਲੀ ਹੌਲੀ ਆ ਗਿਆ। ਲੇਕਿਨ ਸਾਰਿਆਂ ਦੀ ਮਦਦ ਨਾਲ, ਹਰ ਬੰਦੇ ਨੇ ਉੱਥੇ ਹੈਲਪ ਕੀਤੀ। ਜਿਹੜੇ ਵੀ ਉੱਥੇ ਜਿਹੜਾ ਕਾਸਟਿਊਮ ਬੇਸ ਸੀਗਾ, ਉੱਥੇ ਹਰ ਬੰਦਾ ਆਉਂਦਾ ਸੀਗਾ, ਤੇ ਜਿਹੜਾ ਵੀ ਅਵੇਲੇਬਲ ਹੁੰਦਾ ਸੀ, ਉਹਨਾਂ ਨੇ ਕਦੀ ਸਾਨੂੰ ਨਾ ਨਹੀਂ ਕੀਤੀ। ਉਹ ਆਪ ਦੇਖ ਕੇ ਵੀ ਆ ਜਾਂਦੇ ਸੀ ਵੀ ਇਹਨਾਂ ਨੂੰ ਸ਼ਾਇਦ ਮਦਦ ਦੀ ਜ਼ਰੂਰਤ ਹੈ, ਕਿਉਂਕਿ ਸਾਡਾ ਬਹੁਤ ਛੋਟਾ ਸੀਗਾ ਟੀਮ ਸੀਗੀ, ਕਿਉਂਕਿ ਬੰਦੇ ਜ਼ਿਆਦਾ ਹੁੰਦੇ ਸੀਗੇ। ਤੇ ਮੈਂ ਇਹ ਕਹੂੰਗੀ ਕਿ ਸਭ ਦੀ ਮਦਦ ਨਾਲ ਹੀ ਹੋਇਆ, ਕਿਉਂਕਿ ਮੈਂ ਨਵੀਂ ਸੀ ਇਸ ਕਰਕੇ। ਹਾਂਜੀ, ਤਾਂ ਇੱਕ ਜਿਵੇਂ ਮਾਹੌਲ ਹੁੰਦਾ ਜਾਂ ਇੱਕ ਟਾਈਮ ਪੀਰੀਅਡ, ਜਿਵੇਂ ਆਪਾਂ ਕਿਹਾ ਪੀਰੀਓਡਿਕ ਫਿਲਮ ਆ, ਜਿਵੇਂ ਇਹ ਹੁਣ ਜੇ ਪਿਛਲੀ ਸਦੀ ਦੇ ਵਿੱਚ ਹੀ ਚਲੀ ਜਾਂਦੀ ਆ, ਤਾਂ ਉਸ ਵੇਲੇ ਦਾ ਜਿਵੇਂ ਹੁਣ ਪਹਿਰਾਵਾ, ਇੱਕ ਤਾਂ ਮੋਟੀ ਗੱਲ ਹੋ ਗਈ ਕਿ ਕੁੜਤਾ ਚਾਦਰਾ ਲਾਉਂਦੇ ਸੀ ਉਦੋਂ, ਜੇਕਰ ਬੰਦਿਆਂ ਦੇ ਪਹਿਰਾਵੇ ਦੀ ਗੱਲ ਕਰੀਏ, ਮੇਲ ਕਰੈਕਟਰਸ ਦੀ ਗੱਲ ਕਰੀਏ। ਪਰ ਉਹਦੀ ਫਿਰ ਡਿਟੇਲਿੰਗ ਤੇ ਮੈਂ ਇੱਕ ਲੇਮੈਨ ਬੰਦੇ ਵਾਸਤੇ ਪੁੱਛ ਰਿਹਾ ਕਿ ਕਿਹੜੀਆਂ ਗੱਲਾਂ ਨੇ ਜੋ ਸ਼ਾਇਦ ਮੇਰੇ ਵਰਗਾ ਕੋਈ ਸਿਨੇਮਾ ਦੇਖਣ ਜਾਂਦਾ ਤਾਂ ਉਹਨਾਂ ਗੱਲਾਂ ਤੇ ਉਹਨੂੰ ਉਸ ਤਰੀਕੇ ਦੇਖਦਾ ਵੀ ਨਹੀਂ ਕਿ ਇਹਨੂੰ ਐ ਸਿਰਜਿਆ ਗਿਆ, ਇਹਨੂੰ ਤਾਂ ਲਿਆਂਦਾ ਗਿਆ, ਇਹਦੇ ਕੁੜਤੇ ਦਾ ਰੰਗ ਜਾਂ ਇਹਦੇ ਚਾਦਰੇ ਦਾ ਐ ਪ੍ਰਿੰਟ ਤਾਂ ਇਸ ਕਰਕੇ ਆਏ ਆ। ਕੁਛ ਇਹੋ ਜਿਹੀਆਂ ਗੱਲਾਂ ਤੁਸੀਂ ਸਮਝੇ? ਹਾਂਜੀ, ਉਹ ਜਿਹੜੀ ਜਿਸ ਟਾਈਮ ਦੀ ਫਿਲਮ ਸੀ 1830 ਤੋਂ ਲੈ ਕੇ 1900 ਮਤਲਬ 10 ਜਾਂ 20 ਤੱਕ ਦੀ ਜਿਹੜੇ ਵੀ ਅਸੀਂ ਗੱਲ ਕੀਤੀ ਹੈ, ਜਿਹੜੇ ਮਤਲਬ ਕਿਤਾਬਾਂ 'ਚ ਜਿਹੜੇ ਇਹਦੇ ਪ੍ਰੂਫ ਸੀਗੇ ਵੀ ਉਦੋਂ ਕੀ ਪਾਇਆ ਜਾਂਦਾ ਸੀ, ਉਹਦੇ ਅਕੋਰਡਿੰਗ ਤਾਂ ਮਤਲਬ ਵੀ ਇੱਕੋ ਹੀ ਰੰਗ ਦੇ, ਇੱਕੋ ਹੀ ਕੱਪੜਾ, ਜਿਹੜੇ ਕਿ ਆਮ ਲੋਕਾਂ 'ਚ ਵੀ ਜਿਹੜੇ ਥੋੜ੍ਹੇ ਮਤਲਬ ਅਮੀਰ ਘਰਾਂ ਦੇ ਹੁੰਦੇ ਸੀਗੇ, ਉਹਨਾਂ ਦਾ ਅਲੱਗ ਹੁੰਦਾ ਸੀ। ਤਾਂ ਇੱਦਾਂ ਹੁੰਦਾ ਸੀਗਾ ਕਿ ਸਭ ਦੇ ਸੇਮ ਹੀ ਰੰਗ ਸੀਗੇ, ਇੱਕੋ ਹੀ ਕੱਪੜਾ, ਜਿਹੜਾ ਕਿ ਸਾਨੂੰ ਜਿਹੜੀਆਂ ਫੋਟੋਗ੍ਰਾਫਸ ਦੇਖ ਕੇ ਜਿਹੜੀ ਸਮਝ ਆਉਂਦੀ ਸੀਗੀ, ਇੱਕੋ ਹੀ ਰੰਗ ਹੁੰਦਾ ਸੀ, ਇੱਕੋ ਹੀ ਕੱਪੜਾ ਹੁੰਦਾ ਸੀ। ਤੇ ਵੀ ਉਸ ਤੋਂ ਇਹ ਪਤਾ ਲੱਗਿਆ ਕਿ ਫਿਰ ਵੀ ਅਸੀਂ ਲੇਕਿਨ ਉਹ ਯੂਜ਼ ਨਹੀਂ ਸੀ ਕਰ ਸਕਦੇ, ਉੱਦਾਂ ਸੇਮ ਐਜ਼ ਇਟ ਇਜ਼ ਨਹੀਂ ਜਾ ਸਕਦੇ ਸੀ। ਫਿਰ ਅਸੀਂ ਸਿਰਫ ਜਿਹੜਾ ਇੱਕ ਕਾਟਨ ਫੈਬਰਿਕ ਸੀਗਾ, ਅਸੀਂ ਮਤਲਬ ਇੱਕ ਇਹੀ ਉਹਦਾ ਸੋਲੂਸ਼ਨ ਕੱਢਿਆ ਕਿ ਜਿਹੜਾ ਕਾਟਨ ਫੈਬਰਿਕ ਹੈ, ਜਿਹੜਾ ਕੋਰਾ ਲੱਠਾ ਸੀ ਯੂਜ਼ ਕੀਤਾ ਇਹਦੇ 'ਚ, ਹੈ ਨਾ। ਤੇ ਉਹ ਅਸੀਂ ਉਹਨੂੰ ਕਲਰ ਕਰਕੇ ਦੇਖਿਆ ਵੀ ਉਹਦਾ ਕਿੱਦਾਂ ਦਾ ਲੁੱਕ ਆ ਰਿਹਾ, ਤੇ ਉਹ ਸਾਰਿਆਂ ਦੀ ਰਜ਼ਾਮੰਦੀ ਸੀ। ਫਿਰ ਉਹ ਸਭ ਨੂੰ ਵਧੀਆ ਲੱਗਿਆ ਵੀ ਹਾਂ ਸੇਮ ਐਜ਼ ਇਟ ਇਜ਼ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਲੇਕਿਨ ਸੇਮ ਆਪਾਂ ਉਸ ਟਾਈਮ 'ਚ ਜਿਹੜੇ ਪ੍ਰੂਫ ਸੀ ਉਹ 'ਚ ਆਪਾਂ ਨਹੀਂ ਜਾ ਸਕਦੇ, ਕਿਉਂਕਿ ਆਪਾਂ ਫਿਲਮ 'ਚ ਉਹ ਸੇਮ ਚੀਜ਼ ਨਹੀਂ ਕਰ ਸਕਦੇ। ਤੇ ਫਿਰ ਅਸੀਂ ਉਹਨੂੰ ਉਹ ਦੇਖ ਕੇ, ਕਿਉਂਕਿ ਜਿਹੜਾ ਕਾਟਨ ਸੀਗਾ ਉਹ ਜਿਹੜੇ ਆਮ ਲੋਕ ਸੀ, ਜਿਹੜੇ ਗਰੀਬ ਲੋਕ ਸੀ, ਉਹ ਵੀ ਮਤਲਬ ਉਸ ਟਾਈਮ ਉਹ ਯੂਜ਼ ਕਰਦੇ ਹੁੰਦੇ ਸੀਗੇ, ਤੇ ਵੀ ਉਹਨਾਂ ਕੋਲ ਹੁੰਦਾ ਸੀ। ਤੇ ਉਹ ਕੱਪੜਾ ਜਿਹੜਾ ਸੀ ਉਹ ਪੁਰਾਣਾ ਵੀ ਈਜ਼ੀਲੀ ਦਿਖਦਾ ਸੀਗਾ, ਹੈ ਨਾ। ਤੇ ਇੱਕ ਕ੍ਰਸ਼ ਵੀ ਵਧੀਆ ਹੁੰਦਾ ਸੀ ਵੀ ਲਾਈਕ ਜਿਹੜੇ ਗਰੀਬ ਲੋਕ ਹੈ ਵੀ ਉਹਨਾਂ ਕੋਲ ਕਿਹੜਾ ਪ੍ਰੈਸ ਹੁੰਦੀ ਹੋਗੀ ਜਾਂ ਉਵੇਂ ਜਿੱਦਾਂ ਉਹ ਰੱਖਦੇ ਹੋਣਗੇ, ਤੇ ਉਹ ਕੱਪੜਾ ਬਿਲਕੁਲ ਮਤਲਬ ਵਧੀਆ ਲੱਗ ਰਿਹਾ ਸੀ, ਉਹ 'ਤੇ ਵੀ ਜਾ ਰਿਹਾ ਸੀਗਾ। ਤੇ ਫਿਰ ਅਸੀਂ ਉਹ ਕੱਪੜੇ ਨੂੰ ਯੂਜ਼ ਕਰਕੇ ਥੋੜ੍ਹੇ ਘੱਟ ਰੰਗ ਰੱਖ ਕੇ, ਕਿਉਂਕਿ ਸੇਮ ਚਿੱਟੇ ਰੰਗ ਤਾਂ ਅਸੀਂ ਰੱਖ ਨਹੀਂ ਸੀ ਸਕਦੇ, ਉਹ ਮਤਲਬ ਸਿਨੇਮੈਟਿਕ ਸੋਹਣੇ ਨਹੀਂ ਲੱਗਣੇ। ਚਿੱਟੇ ਕਰੀਮ ਰੰਗ ਹੁੰਦੇ ਸੀ ਜ਼ਿਆਦਾ ਉਸ ਟਾਈਮ, ਜ਼ਿਆਦਾ ਗ੍ਰੇ ਰੰਗ ਹੋ ਗਿਆ ਹੋਊਗਾ ਜਾਂ ਮਿੱਟੀ ਰੰਗਾ ਕੋਈ ਵੀ ਰੰਗ। ਫਿਰ ਅਸੀਂ ਕਲਰਸ ਯੂਜ਼ ਕੀਤੇ ਹੈ, ਲੇਕਿਨ ਬਹੁਤ ਡਲ ਸ਼ੇਡਸ ਯੂਜ਼ ਕੀਤੇ ਹੈ, ਬਿਕੋਜ਼ ਆਪਾਂ ਅੱਜ ਦੇ ਜ਼ਮਾਨੇ ਦੀ ਫਿਲਮ ਬਣਾ ਰਹੇ ਹਾਂ, ਮਤਲਬ ਹੈਗੀ ਪੁਰਾਣੀ ਕਹਾਣੀ ਬਟ ਅੱਜ ਦੇ ਜ਼ਮਾਨੇ 'ਚ ਵੀ ਦਿਖਾਣੀ, ਤੇ ਇਸ ਕਰਕੇ ਕਲਰ ਯੂਜ਼ ਕਰਨੇ ਵੀ ਇੰਪੋਰਟੈਂਟ ਸੀਗੇ। ਤੇ ਤਾਂ ਬਸ ਮਿਕਸ ਐਂਡ ਮੈਚ ਕਰਕੇ ਡਿਸੀਜ਼ਨ ਲੈ ਕੇ ਸਾਰਿਆਂ ਦਾ ਬਰਾਬਰ ਵੀ ਜੋ ਵੀ ਚਲੋ ਇੱਦਾਂ ਯੂਜ਼ ਕਰਦੇ ਹਾਂ, ਤੇ ਫਿਰ ਉਵੇਂ ਕੀਤਾ ਸੀ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਕਿ ਜੋ ਮਹਿਲਾਵਾਂ ਹੁੰਦੀਆਂ ਨੇ ਜਾਂ ਜੋ ਫੀਮੇਲ ਕਰੈਕਟਰਸ ਹੋਣਗੇ ਤੁਹਾਡੇ, ਉਹਨਾਂ ਦੀ ਕੱਪੜਿਆਂ ਦੇ ਵਿੱਚ ਡਿਟੇਲਿੰਗ ਜ਼ਿਆਦਾ ਹੋ ਜਾਂਦੀ ਹੈ, ਉੱਧਰ ਜ਼ਿਆਦਾ ਧਿਆਨ ਦੇਣਾ ਪੈਂਦਾ। ਇਹ ਸੱਚ ਆ ਕਿ ਮੁੰਡਿਆਂ ਦੇ ਕੱਪੜਿਆਂ ਦੇ ਵਿੱਚ ਵੀ ਓਨੀ ਮਿਹਨਤ ਲੱਗਦੀ ਹੈ? ਨਹੀਂ, ਬਿਲਕੁਲ। ਇਹਦੇ 'ਚ ਤਾਂ ਇੱਦਾਂ ਸੀਗਾ ਨਾ ਕਿ ਇਹ 'ਚ ਜਿਹੜੀ ਡਿਟੇਲਿੰਗ ਸੀਗੀ ਉਹ ਸਿਰਫ ਏਜਿੰਗ ਸੀਗੀ, ਹੈ ਨਾ। ਏਜਿੰਗ ਦੀ ਡਿਟੇਲ ਸੀਗੀ ਕਿ ਜਿੱਦਾਂ ਕਾਰਜ ਸਰ ਨਾਲ ਮੇਰੀ ਫਸਟ ਮੀਟਿੰਗ ਹੋਈ ਸੀ ਏਜਿੰਗ ਦੇ ਰਿਗਾਰਡਿੰਗ। ਸਰ ਬਹੁਤ ਪਰਟੀਕੂਲਰ ਹੈ ਹਰ ਚੀਜ਼ ਦੇ ਬਾਰੇ 'ਚ, ਉਹਨਾਂ ਨੂੰ ਬਹੁਤ ਸਮਝ ਹੈ ਔਰ ਉਹਨਾਂ ਨੇ ਮੇਰੀ ਮਦਦ ਬਹੁਤ ਕੀਤੀ। ਜਿੱਥੇ ਮੈਂ ਕਿਸੇ ਰੰਗ 'ਚ ਫਸਦੀ ਸੀ ਨਾ, ਲਾਈਕ ਜਿਹੜੀ ਬਿਸ਼ਨੀ ਹੈ, ਜਿਹੜਾ ਕਰੈਕਟਰ ਹੈ ਜੋੜੇ ਦੀ ਸਿਸਟਰ ਦਾ, ਉਹਨਾਂ ਦਾ ਜਿਹੜਾ ਵਿਆਹ ਵਾਲਾ ਅਟਾਇਰ ਹੈਗਾ, ਤੇ ਜਿਹੜੀ ਮੈਂ ਰਿਸਰਚ ਕੀਤੀ ਸੀ ਉਹਦੇ ਅਕੋਰਡਿੰਗ ਵੀ ਲਾਲ ਰੰਗ ਮੈਨੂੰ ਲੱਗਦਾ ਸੀ ਕਿ ਲਾਲ ਹੈ ਨਾ, ਮੈਨੂੰ ਲਾਲ ਰੰਗ ਜਿਹੜਾ ਹੈਗਾ ਉਹ ਪਸੰਦ ਨਹੀਂ ਹੈ ਕਰਨਾ, ਤੇ ਮੈਂ ਬੜੀ ਕਨਫਿਊਜ਼ ਸੀਗੀ ਲਾਲ ਰੰਗ ਬਣਾਇਆ। ਜਦੋਂ ਸਰ ਨੇ ਦੇਖਿਆ ਤੇ ਸਰ ਨੇ ਕਿਹਾ ਵੀ ਤਜਿੰਦਰ ਇਹ ਸੋਹਣਾ ਨਹੀਂ ਲੱਗ ਰਿਹਾ, ਵੀ ਆਪਾਂ ਇਹ ਨਹੀਂ ਯੂਜ਼ ਕਰਾਂਗੇ। ਉਹਨਾਂ ਨੇ ਕਿਹਾ ਸੀ ਇਹਨੂੰ ਕਿਸੇ ਵੀ ਤਰੀਕੇ ਇੱਕ ਸ਼ੇਡ ਇਹਦਾ ਕੁਛ ਡਾਰਕ ਕਰਕੇ ਲਿਆਓ,
ਤੇ ਅਸੀਂ ਲੱਕੀ ਸੀ ਵੀ ਸਾਡੇ ਕੋਲ ਡਾਇਰ ਹੁੰਦਾ ਸੀਗਾ, ਤੇ ਉਹ ਜਿਹੜਾ ਰੈੱਡ ਕਲਰ ਬਣਿਆ ਸੀ ਉਸਨੂੰ ਡਾਈ ਮੈਰੂਨ ਚ ਡਾਈ ਕੀਤਾ, ਤੇ ਹੁਣ ਤੁਸੀਂ ਦੇਖਿਆ ਹੀ ਹੋਊਗਾ ਕਿ ਕਿੰਨਾ ਸੋਹਣਾ ਲੱਗਦਾ। ਲਾਈਕ ਇਸ ਤਰੀਕੇ ਨਾਲ ਚੇਂਜਸ ਕੀਤੇ, ਜਿਹੜੀ ਇਹਦਾ ਲੇਡੀਜ਼ ਔਰ ਜੈਂਟਸ ਜਿਹੜੇ ਆਮ ਜਿਹੜੇ ਲੋਕ ਸੀਗੇ, ਜਿਹੜੇ ਪਿੰਡ ਦੇ ਲੋਕ ਸੀਗੇ, ਉਹਨਾਂ ਦਾ ਸੇਮ ਸੀ ਸਾਰਾ ਕੁਝ। ਕਿ ਉਸ ਟਾਈਮ ਜਿੱਦਾਂ ਹੁੰਦਾ ਸੀ ਜਿਹੜਾ ਕੁੜਤਾ ਵੀ ਹੈਗਾ ਆ ਉਹ ਲੇਡੀਜ਼ ਵੀ ਪਾ ਲੈਂਦੀਆਂ ਸੀਗੀਆਂ, ਜੇਬਾਂ ਵਾਲੇ ਕੁੜਤੇ, ਉਹੀ ਕਫਾਂ ਵਾਲੇ ਕੁੜਤੇ, ਲੇਡੀ ਸਲਵਾਰ ਦੇ ਨਾਲ ਚੁੰਨੀ ਸੁੱਭਰ ਲੈਂਦੇ ਸੀ, ਬਹੁਤ ਚੌੜੀ ਚੁੰਨੀ ਹੈ ਨਾ, ਤੇ ਕੁਝ ਜ਼ਿਆਦਾ ਡਿਫਰੈਂਸ ਨਹੀਂ ਸੀਗਾ। ਤੇ ਜਿਹੜੀ ਲੁੱਕ ਸੀਗੀ ਕੱਪੜੇ ਦੀ, ਜਿਹੜੀ ਲੁੱਕ ਦਿਖਾਣੀ ਸੀ ਵੀ ਓਵਰਆਲ ਲੁੱਕ ਕਿੱਦਾਂ ਦਿਖ ਰਿਹਾ, ਉਹ ਵੀ ਸੇਮ ਸੀਗਾ ਵੀ ਸੇਮ ਹੀ, ਉਹਨਾਂ ਕੀ ਗੰਦਾ ਹੋਣਾ ਚਾਹੀਦਾ, ਉਹਨਾਂ ਕੀ ਯੂਜ਼। ਗੰਦਾ ਆਪਾਂ ਕਹਿ ਦਿੰਦੇ ਹਾਂ, ਗੰਦਾ ਨਹੀਂ ਮਤਲਬ ਵੀ ਉਸ ਵੀ ਵਰਤਿਆ ਹੋਇਆ ਕੱਪੜਾ ਦਿਖਣਾ ਚਾਹੀਦਾ, ਜਿਹੜਾ ਕਿ ਆਪਾਂ ਐਂਬਰ ਪਾਊਡਰ ਲਾ ਕੇ ਜਾਂ ਮਿੱਟੀ ਲਾ ਕੇ ਜਾਂ ਕੁਛ ਵੀ ਇੱਦਾਂ ਲਾ ਕੇ ਜਾਂ ਚਾਹ ਦੇ ਪਾਣੀ 'ਚ ਡੁਬੋ ਕੇ ਉਹਨੂੰ ਪੁਰਾਣਾ ਕਰਦੇ ਹਾਂ। ਤੇ ਉਹਦੇ 'ਚ ਕੋਈ ਡਿਟੇਲਿੰਗ ਐਸ ਸੱਚ ਨਹੀਂ ਸੀ। ਡਿਟੇਲਿੰਗ ਸੀਗੀ ਲਾਈਕ ਜਿੱਦਾਂ ਵੀ ਪਾਕਟਸ ਕਿਹਦੇ ਹੋਣਗੀਆਂ ਹੈ ਨਾ, ਥੋੜਾ ਅਮੀਰ ਬੰਦਾ ਜਿਹੜਾ ਬਾਹਰ ਘੁੰਮਦਾ ਫਿਰਦਾ ਹੋਊਗਾ ਉਹਦੇ ਪਾਕਟ ਹੋ ਸਕਦੀ, ਜਿਹੜਾ ਵੈਲੀ ਬੰਦੇ ਜਿੱਦਾਂ ਪਿੰਡ ਦੇ ਮੁੰਡੇ ਹੁੰਦੇ ਘੁੰਮਦੇ ਉਹਦੇ ਵੈਲੀ, ਜਿੱਦਾਂ ਕਿ ਕਿਸ਼ਨੇ ਮੋੜ ਦੇ ਦਿਖਾਈ ਗਈ ਹੈ ਵੀ ਉਹ ਬੰਦਾ ਬਾਹਰ ਜੈਂਬਲ ਦਾ ਵੀ ਦੋਸਤ ਹੈ ਤੇ ਉਹਦੇ ਕੋਲੋਂ ਕੁੜਤਾ ਹੋ ਸਕਦਾ ਹੈ ਨਾ। ਤੇ ਅੰਮ੍ਰਿਤਸਰ ਦੇ ਕਦੀ ਦਿਖਾਈ ਵੀ ਜਦੋਂ ਆਪਣੀ ਪ੍ਰੇਮਿਕਾ ਨੂੰ ਮਿਲਣ ਜਾਂਦੇ ਤਾਂ ਤਿਆਰ ਹੋ ਕੇ ਜਾਊਗਾ, ਉਹਨੇ ਕਿਤੋਂ ਅਰੇਂਜ ਕੀਤਾ ਹੋਊਗਾ ਲੌਜੀਕਲੀ ਹੈ ਨਾ, ਜਾਂ ਉਹਨੇ ਬਣਵਾਇਆ ਹੋਊਗਾ ਕਿਸੇ ਤਰੀਕੇ ਨਾਲ ਕਿ ਮੈਂ ਆਪਦੀ ਉਹਨੂੰ ਮਿਲਣ ਜਾਣਾ ਤਾਂ ਮੈਂ ਸੋਹਣਾ ਬਣ ਕੇ ਜਾਵਾਂ। ਤੇ ਉਹਦਾ ਇੱਕ ਵਾਰੀ ਰੰਗ ਵੀ ਅਸੀਂ ਡਾਰਕ ਦਿਖਾਇਆ ਹੋਇਆ, ਥੋੜਾ ਸੋਹਣਾ, ਉਹ ਪ੍ਰੈਸ ਵੀ ਦਿਖਾਇਆ ਹੋਇਆ ਕੁੜਤਾ ਵੀ ਉਹਨੇ ਸਾਫ਼ ਰੱਖਿਆ ਹੋਇਆ ਕਿ ਉਹਨੂੰ ਮਿਲਣ ਜਾ ਰਿਹਾ। ਲੇਕਿਨ ਬਾਕੀ ਉਹਨਾਂ ਦੇ ਕੋਈ ਉੱਚਾ ਹੈ ਜਿਹੜਾ ਖੇਤਾਂ 'ਚ ਕੰਮ ਕਰ ਰਿਹਾ ਨਾ, ਉਹਦੇ 'ਚ ਜੇਬਾਂ ਵੀ ਨਹੀਂ ਹੈਗੀਆਂ ਤੇ ਉਹ 'ਚ ਕਾਲਰ ਵੀ ਨਹੀਂ ਹੈਗੇ। ਤੇ ਕਾਲਰ ਉਹਨਾਂ ਦੇ ਕਦੋਂ ਹੈਗੇ, ਕਾਲਰ ਜਦੋਂ ਡਾਕੂ ਬਣ ਜਾਂਦਾ ਫਿਰ ਉਹਨਾਂ ਦੇ ਕਾਲਰ ਹੈ, ਫਿਰ ਉਹਨਾਂ ਦਾ ਇੱਕ ਪਾਕਟ ਵੀ ਹੈ ਹਮੇਸ਼ਾ। ਤੇ ਇੱਦਾਂ ਡਿਫਰੈਂਸ ਦਿਖਾਇਆ। ਤੇ ਜਿੱਦਾਂ ਜਿਹੜਾ ਜੈਮਲ ਹੈ ਹੀ ਇਜ਼ ਅ ਰਿਚ ਗਾਏ, ਤੇ ਜਿੱਦਾਂ ਉਹ ਡਾਕੇ ਵੀ ਕਰਦਾ ਤੇ ਵੈਸੇ ਵੀ ਰਿਚ ਆ, ਤੇ ਉਹਨਾਂ ਦੇ ਪ੍ਰਿੰਟਡ ਆ ਕੱਪੜੇ ਦੇ, ਕਾਲਰ ਵੀ ਲੱਗੇ ਹੋਏ ਆ ਤੇ ਪਾਕਟਸ ਵੀ ਹੈਗੀਆਂ। ਫਿਰ ਡੋਗਰ ਹੈਗਾ, ਉਹ ਤਾਂ ਹੈ ਹੀ ਸ਼ੌਕੀਨ ਬੰਦਾ, ਤੇ ਉਹਦਾ ਫੈਬਰਿਕ ਵੀ ਬਾਕੀਆਂ ਨਾਲੋਂ ਅਲੱਗ ਹੈ ਤੇ ਸ਼ਾਈਨੀ ਨਹੀਂ ਹੈ, ਡਾਲੀ ਹੈ, ਬਟ ਫੈਬਰਿਕ ਅਲੱਗ ਹੈ ਔਰ ਵੈਸੇ ਵੀ ਬਹੁਤ ਅੱਛਾ ਐਕਸਪੈਂਸਿਵ ਫੈਬਰਿਕ ਯੂਜ਼ ਕੀਤਾ ਸੀ ਤੇ ਉਹ ਸੋਹਣਾ ਵੀ ਬਹੁਤ ਲੱਗ ਰਿਹਾ। ਯਾਨੀ ਕਿ ਉਹਦੇ ਪਹਿਰਾਵੇ 'ਚ ਵੀ ਤੜ ਦਿਖਾਈ ਗਈ ਹੈ। ਬਿਲਕੁਲ ਬਿਲਕੁਲ। ਤੇ ਡਿਫਰੈਂਸ ਜਿਹੜਾ ਕਲਰਸ ਦਾ ਡਿਫਰੈਂਸ ਲੈ ਕੇ ਆਏ ਸੀ ਵੀ ਚੱਲ ਜਿਹੜਾ ਵੀ ਸ਼ੌਕੀਨ ਬੰਦਾ ਹੋਊਗਾ ਵੀ ਉਹ ਇੱਕੋ ਰੰਗ ਪਾ ਸਕਦਾ ਹੈ ਨਾ। ਤੇ ਉਹਨਾਂ ਦਾ ਜਿਹੜਾ ਚਾਦਰਾ ਹੁੰਦਾ ਸੀ, ਯੂਜੂਅਲੀ ਚਾਦਰੇ 2.5 ਮੀਟਰ ਦੇ ਹੁੰਦੇ ਸੀ ਤੇ ਉਹਨਾਂ ਦਾ ਚਾਦਰਾ 3 ਮੀਟਰ ਦਾ ਸੀ, 3 ਤੋਂ 3.5 ਸਮਥਿੰਗ ਇੱਦਾਂ ਰੱਖਿਆ ਸੀ। ਜਿਹੜਾ ਰੀਅਲ 'ਚ ਡੋਗਰ ਜੋ ਮੈਨੂੰ ਜਿਹੜੀ ਗੱਲ ਦੱਸੀ ਸੀ ਜਤਿੰਦਰ ਮੌੜ ਜੀ ਨੇ, ਤੇ ਉਹਨਾਂ ਨੇ ਕਿਹਾ ਸੀ ਕਿ ਉਹ ਤਾਂ ਬਹੁਤ ਹੀ ਲੰਬਾ ਬਣਦਾ ਸੀਗਾ। ਉਹ ਵੀ ਅਸੀਂ ਇੱਕ ਵਾਰ ਟਰਾਈ ਕੀਤਾ ਬਟ ਉਹ ਬੰਨਿਆ ਨਹੀਂ, ਪੋਸੀਬਲ ਨਹੀਂ ਸੀਗਾ ਵੀ ਮਤਲਬ ਮੂਵ ਕਰਨਾ ਔਖਾ ਸੀ ਉਹਦੇ ਨਾਲ। ਤੇ ਚਲੋ ਫਿਰ ਵੀ ਮੈਂ ਰੱਖਿਆ ਵੀ ਕਿਉਂਕਿ ਸਟੋਰੀ 'ਚ ਸੀ ਵੀ ਬਾਕੀਆਂ ਨਾਲੋਂ ਲੰਬਾ ਰੱਖਿਆ ਉਹਨਾਂ ਦਾ ਵੀ ਜ਼ਿਆਦਾ ਲੰਬਾ। ਤੇ ਵੀ ਇੱਦਾਂ ਥੋੜ੍ਹੀਆਂ ਚੀਜ਼ਾਂ ਕਰਕੇ ਡਿਫਰੈਂਸ ਦਿਖਾਏ ਆ। ਤੇ ਜੁਐਲਰੀ ਅਸੀਂ ਬਹੁਤ ਘੱਟ ਯੂਜ਼ ਕੀਤੀ ਹੈ ਨਾ ਲੌਜੀਕਲੀ, ਉਹ ਵੀ ਕਿਉਂਕਿ ਮਤਲਬ ਮੇਰੀ ਵੀ ਚੋਇਸ ਸੀਗੀ ਵੀ ਘੱਟ ਜਿੰਨਾ ਹੋਵੇ, ਵੀ ਜਿਹੜੀ ਜ਼ਿਆਦਾ ਕਲਰਸ ਔਰ ਜਿਹੜੇ ਕਿ ਕੰਬੀਨੇਸ਼ਨਸ ਹੈ ਕੱਪੜਾ ਜੋ ਵੀ ਡਰੈਸਿਸ ਹੈ ਵੀ ਮੈਨੂੰ ਲੱਗਦਾ ਕਿ ਉਹ ਪੂਰਾ ਕਰ ਦਿੰਦੀ ਹੈ। ਜਦੋਂ ਇੱਕ ਐਕਟਰ ਵੀ ਬਹੁਤ ਕਮਾਲ ਸੀਗੇ, ਉਹ ਸਭ ਕੁਝ ਪੂਰਾ ਹੀ ਕਰ ਰਹੇ ਸੀਗੇ। ਤੇ ਘੱਟ ਤੋਂ ਘੱਟ ਜੁਐਲਰੀ ਰੱਖੀ ਗਈ ਹੈ ਕਿਉਂਕਿ ਜਿੱਦਾਂ ਦੇ ਉਹ ਸੀਗੇ ਲੋਕ ਸੀਗੇ ਹੈ ਨਾ, ਤੇ ਗਰੀਬ ਲੋਕ ਸੀ ਤੇ ਉਹਨਾਂ ਕੋਲ ਨਹੀਂ ਹੋ ਸਕਦਾ, ਦਾਣੇ ਨੂੰ ਤਾਂ ਮੁਹਤਾਜ ਸੀਗੇ ਉਹ, ਤੇ ਉਹ ਵੀ ਨਹੀਂ ਰੱਖੀ ਗਈ। ਜਿਹੜੀਆਂ ਡੋਗਰੀਆਂ ਸੀ ਉਹਨਾਂ ਨੂੰ ਬਹੁਤ ਲਿਮਿਟਿਡ ਪਵਾਈ, ਬਹੁਤ ਸਟਲ ਰੱਖਿਆ। ਲਾਈਕ ਮੇਰੀ ਚੋਇਸ ਵੀ ਸੀ, ਸਰ ਦੀ ਵੀ ਚੋਇਸ ਵੀ ਸੀ, ਕਾਰਜ ਸਰ ਨੂੰ ਬਹੁਤ ਭੜਕੀਲੀਆਂ ਚੀਜ਼ਾਂ ਪਸੰਦ ਨਹੀਂ ਹੈ। ਤੇ ਬਸ ਇੱਦਾਂ ਸਾਰਿਆਂ ਦੀ ਰਜ਼ਾਮੰਦੀ ਨਾਲ, ਸਾਰਿਆਂ ਦੇ ਇਕੁਅਲ ਮਦਦ ਦੇ ਨਾਲ ਵੀ ਜਿੱਦਾਂ ਵੀ ਥੋੜ੍ਹਾ ਚੇਂਜਸ ਕਰਕੇ ਡਿਫਰੈਂਸ ਦਿਖਾਏ ਅਸੀਂ। ਸਵਾਲ ਪੁੱਛਣ ਤੋਂ ਪਹਿਲਾਂ ਹੀ ਕਹਿ ਦਿੰਦਾ ਕਿ ਇਹਦੇ ਵਿੱਚ ਮਨਸ਼ਾ ਮਾੜੀ ਨਹੀਂ, ਇਨ ਅ ਗੁੱਡ ਵੇ। ਕੌਣ ਆਈਡੀਅਲ ਕੌਣ ਸੀ? ਕੋਈ ਟੱਚੀ ਜਿਹਾ ਬੰਦਾ ਹੁੰਦਾ ਨਾ, ਯਾਰ ਮੈਂ ਆਹ ਨਹੀਂ ਪਾਉਣਾ, ਮੈਂ ਆਹ ਨਹੀਂ ਕਰਨਾ, ਭਾਵੇਂ ਕੋਈ ਵੀ ਨਹੀਂ ਸੀ। ਮੈਂ ਬਹੁਤ ਲੱਕੀ ਹਾਂ, ਸੀਰੀਅਸਲੀ ਕੋਈ ਨਹੀਂ ਸੀ, ਕੋਈ ਵੀ ਇੱਕ ਵੀ ਬੰਦਾ ਐਸਾ, ਮਤਲਬ ਜਿਹੜੇ ਜੂਨੀਅਰਸ ਵੀ ਸੀਗੇ ਉਹ ਵੀ ਜਿੱਦਾਂ ਵੀ ਚਲੋ ਉਹਨਾਂ ਵਿਚਾਰਿਆਂ ਨੂੰ ਤਾਂ ਕੀ ਪਤਾ, ਜੂਨੀਅਰਸ ਆਉਂਦੇ ਸੀਗੇ ਉਹ ਥੋੜਾ ਜਿੱਦਾਂ ਵਿਚਾਰੇ ਦੇਖਦੇ ਆ ਕਿ ਅਸੀਂ ਸ਼ੂਟ ਕਰਨ ਜਾ ਰਹੇ ਹਾਂ, ਉਹਨਾਂ ਨੇ ਦੇਖਣਾ ਵੀ ਕੱਪੜੇ ਗੰਦੇ ਆ, ਉਹ ਜ਼ਰੂਰ ਇੱਕ ਵਾਰ ਕਹਿੰਦੇ ਸੀ ਵੀ, ਕਿਉਂਕਿ ਬਜ਼ੁਰਗ ਹੁੰਦੇ ਸੀ ਵੀ ਆਹ ਤੁਸੀਂ ਕੀ, ਸਾਡੇ ਤਾਂ ਮੈਲੇ ਕੱਪੜੇ ਕਿਸੇ ਦੇ ਉਤਰੇ ਹੋਏ ਕੱਪੜੇ ਦੇਤੇ ਹੈ ਨਾ, ਵੀ ਇੱਦਾਂ ਕਰਕੇ। ਅਦਰਵਾਈਜ਼ ਜਿਹੜੇ ਕਿਸੇ ਐਕਟਰ ਨੇ ਨਹੀਂ ਇੱਕ ਵਾਰ ਨਹੀਂ ਕਿਹਾ, ਉਹਨਾਂ ਨੇ ਪੁੱਛਿਆ ਵੀ ਨਹੀਂ ਕਿ ਗੰਦਾ ਕਿਉਂ ਹੈ, ਇਹ ਧੋਤਾ ਕਿਉਂ ਨਹੀਂ ਹੈ, ਕਿਉਂਕਿ ਵਾਸ਼ ਹੀ ਨਹੀਂ ਹੋਏ ਜਦ ਤੱਕ ਸ਼ੂਟ ਚੱਲਿਆ ਉਦ ਤੱਕ ਕੋਈ ਕੱਪੜਾ ਵਾਸ਼ ਨਹੀਂ ਹੋਇਆ। ਅੱਛਾ, ਉਹ ਸਿਰਫ ਜਿਹੜੇ ਪੁਲਿਸ ਦਾ ਕਰੈਕਟਰ ਸੀ ਅੰਗਰੇਜ਼ ਅਫਸਰ ਦਾ, ਜਿਹੜਾ ਕਿ ਅਮੀਕ ਵਿਰਕ ਜੀ ਨੇ ਨਿਭਾਇਆ, ਉਹਨਾਂ ਦੀ ਕਾਸਟਿਊਮ ਤਾਂ ਜ਼ਰੂਰੀ ਸੀਗੀ ਕਿਉਂਕਿ ਉਹ ਬਿਲਕੁਲ ਆਫਿਸਰ ਸੀਗਾ ਹੈ ਨਾ। ਤੇ ਜਿਹੜੇ ਈਵਨ ਬਾਕੀ ਜਿਹੜੀ ਆਰਮੀ ਸੀ ਉਹਨਾਂ ਦੇ ਵੀ ਬਹੁਤ ਮਤਲਬ, ਜਦੋਂ ਹੁਣ ਅਸੀਂ ਇੱਥੇ ਚੰਡੀਗੜ੍ਹ ਸ਼ੂਟ ਕੀਤਾ ਸੀ ਉਦੋਂ ਗਰਮੀ ਹੋ ਗਈ ਸੀ ਤੇ ਉਦੋਂ ਵਾਸ਼ ਕਰਨੇ ਪਏ ਬਿਕਾਜ਼ ਉਹ ਬਹੁਤ ਡਿਫਿਕਲਟ ਸੀ, ਕਿਉਂਕਿ ਏਜਿੰਗ ਜਾਂਦੀ ਹੈ ਨਾ ਕੱਪੜੇ ਦੀ, ਉਹ ਕਿਉਂਕਿ ਉਸ ਟਾਈਮ ਕਿੱਥੇ ਇੱਦਾਂ ਉਹ ਮਤਲਬ ਇਹ ਤਾਂ ਸੋਹਣਾ ਬਹੁਤ ਲੱਗਦਾ ਕਿ ਉਹ ਜਿਹੜਾ ਏਜਡ ਕੱਪੜਾ ਵੀ, ਹਾਂ ਵੀ ਉਹਨਾਂ ਨੂੰ ਕਿੱਥੇ ਟਾਈਮ ਮਿਲਦਾ ਹੋਊਗਾ, ਜਿਹੜੇ ਤਾਂ ਰੋਈਆਂ 'ਚ ਭੱਜੇ ਫਿਰਦੇ ਆ, ਉਹਨਾਂ ਨੇ ਕੱਪੜੇ ਥੋੜ੍ਹੀ ਧੋਣੇ ਆ ਜਿਹੜੇ ਦੂਜੇ ਆਫਿਸਰਸ ਹੋਣਗੇ। ਤੇ ਬਸ ਉਹਨਾਂ ਦੇ ਵਾਸ਼ ਹੋਇਆ। ਐਮੀ ਸਰ ਦੀ ਇੱਕ ਵਾਰ ਪੱਗ ਵਾਸ਼ ਹੋਈ ਸੀ ਕਿਉਂਕਿ ਉੱਥੇ ਸਟੇਨ ਲੱਗ ਗਿਆ ਸੀਗਾ, ਜਿਹੜਾ ਵੀ ਗੋਲੀ ਦਾ ਵੀ ਬਲੱਡ ਦਾ ਸਟੇਨ ਸੀ,
ਤੇ ਕੋਈ ਕੱਪੜਾ ਵਾਸ਼ ਨਹੀਂ ਹੋਇਆ, ਕਿਸੇ ਨੇ ਕੋਈ ਕੰਪਲੇਂਟ ਨਹੀਂ ਡਿਊਰਿੰਗ ਦ ਹੋਲ ਸ਼ੂਟ? ਕੋਈ ਕੰਪਲੇਂਟ ਨਹੀਂ ਹੋਈ, ਆਈ ਐਮ ਨਾਟ ਲਾਈਂਗ, ਬਿਲਕੁਲ ਕੋਈ ਕੰਪਲੇਂਟ ਨਹੀਂ ਹੋਈ। ਸਭ ਨੇ ਈਵਨ ਹੈਲਪ ਵੀ ਕੀਤੀ, ਉਹਨਾਂ ਨੇ ਵੀ ਆਪਦੀਆਂ ਸੰਭਾਲ ਕੇ ਚਲੇ ਜਾਂਦੇ ਸੀ ਵੀ ਇਹਨਾਂ ਕੋਲ ਘੱਟ ਬੰਦੇ ਨੇ, ਤੇ ਪੈਕ ਕਰਕੇ ਸਭ ਦੇ ਪੈਕੇਟਸ ਬਣੇ ਹੋਏ ਸੀ, ਨਾਮ ਲਿਖੇ ਹੁੰਦੇ ਸੀ ਉਹਦੇ 'ਚ, ਪੈਕ ਕਰਕੇ ਰੱਖ ਕੇ ਸਾਡੇ ਵਾਸਤੇ ਜਾਂਦੇ ਸੀ। ਮੈਮ ਰਿਸਰਚ ਵਰਕ ਦੀ ਜਦੋਂ ਗੱਲ ਹੁੰਦੀ ਹੈ, ਜੇ ਸਕ੍ਰਿਪਟ ਰਾਈਟਿੰਗ ਦੀ ਵੀ ਗੱਲ ਹੋਏਗੀ ਤਾਂ ਸਭ ਤੋਂ ਪਹਿਲਾਂ ਰਿਸਰਚ ਵਰਕ ਹੁੰਦਾ ਉਸ ਟਾਈਮ ਪੀਰੀਅਡ ਬਾਰੇ, ਉਹਨਾਂ ਲੋਕਾਂ ਬਾਰੇ। ਜਦੋਂ ਪਹਿਰਾਵੇ ਦੀ ਵੀ ਗੱਲ ਹੋਈ ਤਾਂ ਬੇਸਿਕਲੀ ਬੁੱਕਸ ਜ਼ਰੀਆ ਬਣਦੇ ਨੇ ਜਾਂ ਹੋਰ ਵੀ ਰਾਹ ਹੁੰਦੇ ਨੇ ਜਦੋਂ ਤੁਸੀਂ ਬਿਗਨ ਕਰਦੇ ਹੋ? ਮੇਰਾ ਤਾਂ ਬੁੱਕਸ ਹੀ ਜ਼ਰੀਆ ਰਿਹਾ ਹੈ ਨਾ, ਤੇ ਸਭ ਤੋਂ ਵੱਡੀ ਗੱਲ ਤਾਂ ਹੈਲਪ ਹੈ ਕਿ ਮੈਨੂੰ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਪਈ, ਕਿਉਂਕਿ ਜਤਿੰਦਰ ਸਰ ਦੀ ਬਹੁਤ ਡਿਟੇਲ ਸੀਗੀ, ਜਿਹੜੀ ਕਿ ਮਤਲਬ ਸਾਡੇ ਕੋਲ ਇੱਕ ਓਰੀਜਨਲ ਬੁੱਕ ਸੀਗੀ ਹੈ ਨਾ, ਜਿਹੜਾ ਕਿ ਅੰਗਰੇਜ਼ ਅਫਸਰ ਹੈ ਉਹਦੀ ਜੀਵਨੀ ਤੇ ਹੈਗੀ ਹੈ, ਤੇ ਪਹਿਲਾਂ ਤਾਂ ਉਹੀ ਸਾਨੂੰ ਕਲੀਅਰ ਕਰ ਦੇਣੀ ਕਿ ਉਦੋਂ ਕਿੱਦਾਂ ਦਾ ਪਹਿਰਾਵਾ ਸੀ। ਬਟ ਫਿਰ ਅਸੀਂ ਜਿਹੜੀਆਂ ਪੰਜਾਬ ਦੀਆਂ ਲਾਇਬ੍ਰੇਰੀਆਂ, ਉਹ 1830 ਦੇ ਟਾਈਮ 'ਤੇ ਕੀ ਪਹਿਰਾਵਾ ਹੁੰਦਾ ਸੀ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦਾ, ਉਹ ਸਾਰਾ ਦੇਖਿਆ। ਤੇ ਇਸ ਕਰਕੇ ਮੈਂ ਬੁੱਕ ਪੜ੍ਹਦੀ ਨਹੀਂ ਆ, ਮਤਲਬ ਮੇਰੇ 'ਚ ਸਹਿਣਸ਼ੀਲਤਾ ਬਹੁਤ ਘੱਟ ਹੈ ਪੜ੍ਹਨ ਵਾਸਤੇ, ਮਤਲਬ ਮੈਂ ਪਿਕਚਰਸ ਦੇਖਦੀ ਹਾਂ ਜ਼ਿਆਦਾ, ਬਿਕਾਜ਼ ਮੈਨੂੰ ਹੁੰਦਾ ਕਿ ਮੇਰਾ ਜੋ ਕੰਮ ਹੈ ਨਾ, ਕਿਉਂਕਿ ਟਾਈਮ ਲਿਮਿਟ ਵੀ ਘੱਟ ਹੁੰਦਾ, ਮੇਰੇ ਕੋਲ 15 ਦਿਨ ਹੀ ਸੀਗੇ, ਤੇ ਇਸ ਕਰਕੇ ਮੈਨੂੰ ਜ਼ਿਆਦਾ ਹੁੰਦਾ ਕਿ ਪਿਕਚਰਸ ਵਾਲੀਆਂ ਜਿਹੜੀਆਂ ਬੁੱਕਸ ਹੈ। ਬਟ ਇਹ ਹੈ ਕਿ ਮੈਨੂੰ ਮਿਲੀਆਂ ਵੀ ਜਿਹੜੇ ਲਾਇਬ੍ਰੇਰੀ ਵਾਲੇ ਸੀ ਬਹੁਤ ਹੈਲਪਫੁਲ ਰਹੇ, ਉਹਨਾਂ ਨੇ ਬਹੁਤ ਸ਼ੋਰਟ ਨੋਟਿਸ, ਅਸੀਂ ਕੁਝ ਘੰਟੇ ਪਹਿਲਾਂ ਹੀ ਜਾਂਦੇ ਸੀ, ਉਹ ਪ੍ਰੋਵਾਈਡ ਕਰਾਈਆਂ, ਉਹਨਾਂ ਨੇ ਬਹੁਤ ਹੈਲਪ ਕੀਤੀ, ਤੇ ਬੁੱਕਸ ਹੀ ਮਤਲਬ ਮਾਧਿਅਮ ਰਿਹਾ। ਮਤਲਬ ਮੈਨੂੰ ਟਾਈਮ ਨਹੀਂ ਮਿਲਿਆ ਕਿਸੇ ਨਾਲ ਜਾਂ ਉਸ ਜਗ੍ਹਾ 'ਤੇ ਜਾ ਕੇ ਗੱਲ ਕਰਨ ਦਾ, ਬਟ ਇਹ ਕਿ ਜਤਿੰਦਰ ਸਰ ਦੀ ਬਹੁਤ ਡਿਟੇਲ ਸੀਗੀ ਤਾਂ ਸਾਨੂੰ ਕੋਈ ਜ਼ਿਆਦਾ ਜ਼ਰੂਰਤ ਵੀ ਨਹੀਂ ਪਈ, ਤੇ ਇਸ ਕਰਕੇ ਸਹੀ ਸੀਗਾ ਸਾਰਾ ਕੁਝ। ਤਾਂ ਜੇ ਮੰਨ ਲਓ ਅੱਜ ਦੇ ਕੱਪੜਿਆਂ ਦੀ ਜੇਕਰ ਗੱਲ ਹੋਵੇ, ਜੇ ਕੰਟੈਂਪਰੇਰੀ ਸਿਨੇਮਾ, ਜੇ ਅੱਜ ਦੇ ਟਾਈਮ ਦੀ ਤੁਹਾਨੂੰ ਫਿਲਮ ਬਣਾਉਣੀ ਹੋਵੇ, ਉਹ ਸੌਖੀ ਹੋਊਗੀ ਉਹਦੇ ਪਹਿਰਾਵੇ ਦੇਣੇ ਕਿਉਂਕਿ ਉਹ ਅੱਜ ਦੇ ਕੱਪੜੇ ਹੋਣਗੇ, ਜਾਂ ਉਹ ਵੀ ਔਖਾ ਹੋ ਜਾਂਦਾ ਕਿਉਂਕਿ ਅੱਜ ਦੇ ਲੋਕ ਅੱਜ ਦੇ ਟਾਈਮਾਂ ਦੇ ਕੱਪੜਿਆਂ ਨੂੰ ਜਾਣਦੇ ਨੇ, ਜੇ ਗਲਤੀ ਹੋਈ ਤਾਂ ਫੜੀ ਵੀ ਜਾਊਗੀ, ਕਿਰਦਾਰ ਦੇ ਹਿਸਾਬ ਦੇ ਨਾਲ ਸੈੱਟ ਕਰਨਾ। ਫਿਰ ਪੁਰਾਣੇ ਸਮਿਆਂ ਦੀ ਫਿਲਮ ਦਾ ਕੰਮ ਕਰਨਾ ਔਖਾ ਲੱਗਦਾ ਜਾਂ ਅੱਜ ਦਾ? ਨਹੀਂ, ਔਖਾ ਕੋਈ ਵੀ ਨਹੀਂ ਹੈ। ਹਾਂਜੀ, ਔਖਾ ਉਹ ਹੁੰਦਾ ਜਦੋਂ ਕਿ ਸਾਨੂੰ ਉਹ 'ਤੇ ਕੰਮ ਪਹਿਲਾਂ ਪ੍ਰੀ ਪ੍ਰੋਡਕਸ਼ਨ ਨਾ ਮਿਲੀ ਹੋਵੇ, ਹੈ ਨਾ, ਉਹ ਨਾ ਮਿਲੀ ਹੋਵੇ, ਜਾਂ ਸਾਨੂੰ ਪਤਾ ਨਾ ਹੋਵੇ ਕਿ ਕੱਲ੍ਹ ਅਸੀਂ ਕੀ ਕਰਨ ਵਾਲੇ ਹਾਂ, ਮੈਨੂੰ ਉਹ ਔਖਾ ਲੱਗਦਾ ਸਿਰਫ। ਮੈਨੂੰ ਅਗਰ ਪਹਿਲਾਂ ਪਤਾ ਹੈ ਕਿ ਹਫ਼ਤਾ ਪਹਿਲੇ ਹੈ, ਜਾਂ ਮਤਲਬ ਜਿੱਦਾਂ ਹੁਣ ਸ਼ਾਰਟ ਡਿਵੀਜ਼ਨਸ ਹੁੰਦੇ ਆ ਨਾ ਫਿਲਮਸ ਦੇ ਵਿੱਚ, ਜਿੱਦਾਂ ਮੈਂ ਪਹਿਲੇ ਬੰਬੇ ਕੰਮ ਕੀਤਾ, ਤੇ ਉੱਥੇ ਡਿਜ਼ਾਈਨਰ ਸ਼ਾਰਟ ਡਿਵੀਜ਼ਨ 'ਚ ਬੈਠਦੇ ਆ, ਇੱਥੇ ਨਹੀਂ ਬੈਠਦੇ। ਲਾਈਕ ਹੁਣ ਇੱਕ ਸੀਨ ਸੀਗਾ ਡੋਗਰ ਕਿਲਿੰਗ ਦਾ, ਉਹਦੇ ਵਾਸਤੇ ਜੇ ਮੈਂ ਸ਼ਾਰਟ ਡਿਵੀਜ਼ਨ 'ਚ ਹੁੰਦੀ ਹੈ ਨਾ, ਕਿਉਂਕਿ ਮੈਂ ਬਹੁਤ ਬਿਜ਼ੀ ਸੀ, ਇੱਕ ਨਿਊ ਕਮਰ ਜਿਹਨੇ ਪਹਿਲੀ ਵਾਰ ਇੱਥੇ ਕੰਮ ਕੀਤਾ ਰਿਦਮ ਬॉयਜ਼ ਨਾਲ, ਤੇ ਮੈਂ ਬਹੁਤ ਜ਼ਿਆਦਾ ਕੰਮ 'ਚ ਬਿਜ਼ੀ ਸੀ, ਤੇ ਜੇ ਮੈਂ ਉਸ ਸ਼ਾਰਟ ਡਿਵੀਜ਼ਨ 'ਚੋਂ ਡਿਸਕਸ ਦੇ ਵਿੱਚ ਹੁੰਦੀ ਤਾਂ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਉਹਨੂੰ ਕਿੰਨੇ ਕੱਪੜੇ ਚਾਹੀਦੇ ਆ ਉਸ ਸੀਨ ਵਾਸਤੇ, ਤੇ ਇਹ ਉੱਥੇ ਜਾ ਕੇ ਸੂਰਤ ਔਨ ਦ ਸਪੌਟ ਬਣੇ ਇੱਕ ਦਿਨ ਦੇ ਵਿੱਚ। ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਕੱਲ੍ਹ ਡੋਗਰ ਕਿਲਿੰਗ ਹੈ ਵੀ, ਉਹਦੇ 'ਚ ਸ਼ਾਇਦ 3 ਜਾਂ 4 ਉਹਦੇ ਚਾਹੀਦੇ, ਮੈਂ ਆਪਣੇ ਵੱਲੋਂ ਮਤਲਬ ਕੀਤਾ ਸੀ ਰੈਡੀ 2 ਜਾਂ 3 ਸਪੋਜ਼, ਹੈ ਨਾ, ਤੇ ਉਹ ਫਿਰ ਉਹਨਾਂ ਨੇ ਔਨ ਦ ਸਪੌਟ ਕਹਿੰਦਾ ਇੱਕ ਔਰ ਚਾਹੀਏ। ਤੇ ਇਹੀ ਜੇ ਮਤਲਬ ਮੈਂ ਸ਼ਾਰਟ ਡਿਵੀਜ਼ਨ 'ਚ ਹੁੰਦੀ, ਮੈਂ ਉਸ ਡਿਸਕਸ਼ਨ ਦੇ ਵਿੱਚ ਹੁੰਦੀ, ਤਾਂ ਮੈਨੂੰ ਪਹਿਲਾਂ ਪਤਾ ਨਹੀਂ ਸੀ, ਮੈਂ ਸ਼ਾਇਦ 6 ਜਾਂ 7 ਵੀ ਰੱਖ ਲੈਂਦੀ, ਤੁਸੀਂ ਖੁੱਲ੍ਹਾ ਆਪਣਾ ਵਧੀਆ ਕਰੋ, ਤੁਹਾਨੂੰ ਟੈਨਸ਼ਨ ਦੀ ਜ਼ਰੂਰਤ ਨਹੀਂ। ਤੇ ਫਿਰ ਔਨ ਸੈੱਟ ਬਣਵਾਇਆ? ਔਨ ਸੈੱਟ ਉਹ ਫਿਰ ਕਿੱਦਾਂ ਕੀਤੇ, ਮੇਰੇ ਕੋਲ 3 ਪੇਅਰ ਸੀਗੇ ਜੀ, ਲਾਈਕ, ਤੇ ਫਿਰ ਉਹਦੇ 'ਚੋਂ 4 ਜਾਂ 5 ਦੀ ਰਿਕੁਆਇਰਮੈਂਟ ਆ ਰਹੀ ਸੀ। ਜੇ 4-5 ਹੁੰਦੇ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ, ਜਿਹੜੇ ਕਿ ਐਕਸ਼ਨ ਡਾਇਰੈਕਟਰ ਸੀਗੇ। ਤੇ ਫਿਰ ਉਹਦਾ ਫਿਰ ਕਿੱਦਾਂ ਕੀਤਾ, ਉਹ ਬਾਂਹ ਨੂੰ ਕੱਟ ਕੇ, ਹੈ ਨਾ, ਉਹ ਜੋ ਬਾਂਹ ਕੱਟ ਕੇ ਉਧੇੜ ਕੇ ਲਾਈ ਜਿੱਥੇ ਗੋਲੀ ਲੱਗੀ ਸੀ, ਫਿਰ ਉਹਨੂੰ ਰੰਗ ਕੱਟ ਕਰਕੇ ਉਤਾਰਿਆ ਕਲਰ, ਫਿਰ ਉਹ ਦੁਬਾਰਾ ਫੇਰ ਸਟਿਚ ਕੀਤੀ, ਰੰਗ ਨਾਲ ਕੱਟ ਨਾਲ ਉਹ ਕਲਰ ਉਤਰ ਜਾਂਦਾ ਜੀ, ਤੇ ਉਸ ਦੁਬਾਰਾ ਸਟਿਚ ਕਰਕੇ ਫੇਰ ਦੁਬਾਰਾ ਕੀਤਾ ਨਾ, ਵੀ ਇੱਦਾਂ ਕਰਕੇ ਵੀ ਉਹ ਇੱਦਾਂ ਦੀ ਸਿਚੁਏਸ਼ਨ ਆਈ ਤਾਂ ਵੀ ਥੋੜ੍ਹਾ ਜਿਹਾ ਵੀ ਉਹ ਥੋੜ੍ਹਾ ਡਿਫੀਕਲਟ ਲੱਗਿਆ ਮੈਨੂੰ, ਵੀ ਉਹ ਚੀਜ਼ ਡਿਫੀਕਲਟ ਲੱਗਦੀ ਹੈ। ਬਾਕੀ ਜਿੱਦਾਂ ਵੀ ਅਗਰ ਪੀਰੀਅਡ ਫਿਲਮ ਹੈ ਤਾਂ ਆਈ ਰੀਲੀ ਵਿਸ਼ ਕਿ ਮੈਨੂੰ ਹਮੇਸ਼ਾ ਪੀਰੀਅਡ ਫਿਲਮ ਮਿਲੇ। ਆਈ ਰੀਲੀ ਇੰਜੋਇਡ ਦੈਟ ਵਰਕ, ਜਿਹੜਾ ਰਿਸਰਚ ਕਰਕੇ ਹੋਣਾ, ਔਰ ਜਿਹੜਾ ਕਿ ਕੁਛ ਮਜ਼ਾ ਆਵੇ ਦੇਖ ਕੇ। ਜਿਹੜਾ ਅੱਜ ਦੀਆਂ ਫਿਲਮਾਂ ਵਿੱਚ ਤਾਂ ਸ਼ਾਇਦ ਮਤਲਬ ਬਹੁਤ ਈਜ਼ੀ ਹੈ ਕਰਨਾ, ਤੇ ਬਸ। ਤੇ ਜਿਵੇਂ ਤੁਸੀਂ ਕਿਹਾ ਕਿ ਪੀਰੀਓਡਿਕ ਫਿਲਮ ਹੋਰ ਵੀ ਮਿਲਣ, ਤੁਸੀਂ ਉਹ ਕੰਮ ਕਰਨਾ ਚਾਹੋਗੇ, ਤਾਂ ਜਿੱਦਾਂ ਬਾਲੀਵੁੱਡ ਦੀ ਗੱਲ ਹੁੰਦੀ ਹੈ, ਜੇਕਰ ਸੰਜੇ ਲੀਲਾ ਭੰਸਾਲੀ ਦੀ ਗੱਲ ਹੁੰਦੀ ਹੈ, ਕਾਫੀ ਸਾਰੀਆਂ ਕੀਤੀਆਂ ਉਹਨਾਂ ਨੇ ਫਿਲਮਾਂ, ਜਿਹਦੇ ਵਿੱਚ ਅਕਸਰ ਕਈ ਐਕਟਰਸ ਦੇ ਇੰਟਰਵਿਊਜ਼ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਕਿ ਬਹੁਤ ਕੈਓਟਿਕ ਜਿਹਾ ਮਾਹੌਲ ਹੁੰਦਾ ਉਹਨਾਂ ਦੇ ਸੈੱਟ ਦੇ ਉੱਪਰ। ਤੇ ਕਦੀ ਮੰਨ ਲਓ ਤੁਹਾਡੇ ਅੱਗੇ ਵੀ ਅਜਿਹੀ ਸਿਚੁਏਸ਼ਨ ਆਏ ਜਿੱਥੇ ਜਾਂ ਤਾਂ ਬਜਟ ਦੀ ਪ੍ਰੋਬਲਮ ਆ ਗਈ ਜਾਂ ਟਾਈਮ ਦੀ ਪ੍ਰੋਬਲਮ ਆ ਗਈ, ਕਿਉਂਕਿ ਇੱਥੇ ਤਾਂ ਤੁਸੀਂ ਕਿਹਾ ਸੈੱਟ 'ਤੇ ਤੁਸੀਂ ਬਣਵਾ ਲਿਆ ਕਿਉਂਕਿ ਤੁਹਾਡੇ ਡਿਸਪੋਜ਼ਲ 'ਤੇ ਬੰਦੇ ਸੀ 3-4 ਤੁਹਾਡੇ ਕੋਲ ਐਟ ਹੈਂਡ, ਤੇ ਜੇ ਮੰਨ ਲਓ ਨਹੀਂ ਹੁੰਦੇ ਤਾਂ ਫਿਰ ਕਿੱਦਾਂ ਸਿਚੁਏਸ਼ਨਸ ਹੈਂਡਲ ਹੁੰਦੀਆਂ? ਫਿਰ ਵੀ ਸਿਚੁਏਸ਼ਨ ਹੈਂਡਲ ਹੁੰਦੀ, ਫਿਰ ਸਾਰੀ ਟੀਮ ਮਤਲਬ ਓਬਵੀਅਸਲੀ ਐਟ ਦ ਐਂਡ ਸਾਰੀ ਚੀਜ਼ ਸੋਲਵ ਹੁੰਦੀ ਹੈ। ਹੁਣ ਉਹ ਸਿਚੁਏਸ਼ਨ ਜਿਹੜੀ ਕੀ ਹੈ ਉਹ ਜਦੋਂ ਹੋਊਗੀ ਉਦੋਂ ਹੀ ਉਹਦਾ ਡਿਸੀਜ਼ਨ ਹੁੰਦਾ। ਮਤਲਬ ਪਹਿਲੇ ਤੁਸੀਂ ਜਿਹੜੀ ਫਿਊਚਰ 'ਚ ਆਉਣ ਵਾਲੀ ਚੀਜ਼ ਨੂੰ ਤੁਸੀਂ ਪਹਿਲਾਂ ਨਹੀਂ ਡਿਸਾਈਡ ਕਰ ਸਕਦੇ ਕਿਵੇਂ ਹੈਂਡਲ ਕਰਨਾ। ਹੁਣ ਇੱਕ ਵਾਰੀ ਜਦੋਂ ਇੱਥੇ 300 ਦਾ ਕਰਾਊਡ, ਮੈਨੂੰ ਕਾਰਸਨ ਨੇ ਦੱਸਿਆ ਕਿ ਤਜਿੰਦਰ ਅਸੀਂ ਇੱਕ ਸੀਨ ਕਰਨ ਵਾਲੇ ਆ ਵੀ 300 ਦਾ ਕਰਾਊਡ ਹੈ,
ਤੇ ਵੀ ਆਪਾਂ ਸੂਰਤਗੜ੍ਹ ਜਾਇਆ ਕਰਨਾ। ਉਦੋਂ ਅਸੀਂ ਇੱਥੇ ਸੀਗੇ, ਮਤਲਬ ਆਫਿਸ 'ਚ ਹੀ ਸੀਗੇ ਮੋਹਾਲੀ। ਤੇ ਵੀ ਉਹ ਕਹਿੰਦੇ, ਮੈਂ ਕਿਹਾ ਠੀਕ ਹੈ ਸਰ। ਮੈਂ ਆਪਣੀ ਟੀਮ ਨੂੰ ਦੱਸਿਆ ਸਾਰੇ ਟੇਲਰਸ ਨੂੰ, ਉਹਨਾਂ ਨੇ ਹੌਲੀ ਹੌਲੀ ਬਣਾਉਣਾ ਸ਼ੁਰੂ ਕੀਤਾ। ਮੈਂ ਉਹਨਾਂ ਨੂੰ ਕਿਹਾ ਵੀ ਸਰ ਸੀਰੀਅਸ ਹੈ, ਵੀ ਆਪਾਂ ਸਰ ਉੱਦਾਂ ਹੀ ਨਹੀਂ ਕਹਿ ਰਹੇ। ਉਹਨਾਂ ਨੂੰ ਲੱਗਿਆ ਮੈਂ ਗੱਪ ਮਾਰ ਰਹੀ ਕਿ ਵੀ ਤੁਸੀਂ ਇੱਦਾਂ ਕਹਿ ਰਹੇ 300 ਕਹਾਂ ਸੇ ਆਏਗਾ, ਕੁਛ ਐਸਾ ਤਾਂ ਹੈ ਨਹੀਂ। ਤੇ ਉਹਨਾਂ ਨੇ ਮੇਰੀ ਗੱਲ ਨੂੰ ਸੀਰੀਅਸ, ਮੈਂ ਬਹੁਤ ਆਰਾਮ ਨਾਲ ਕੀਤਾ। ਅਸੀਂ ਨੈਕਸਟ 2 ਦਿਨ ਬਾਅਦ, ਇਸ ਗੱਲ ਦੇ 2 ਦਿਨ ਬਾਅਦ, ਇਹ ਤਾਂ ਬਹੁਤ ਜ਼ਿਆਦਾ ਟਾਈਮ ਮਿਲਿਆ ਸੀ ਮੈਨੂੰ, ਮਤਲਬ ਵੀ ਇਹਨਾਂ 300 ਦਾ ਵੀ ਇੰਨੇ ਦਿਨ ਦੇ ਤੇ ਅਸੀਂ ਸੂਰਤਗੜ੍ਹ ਪਹੁੰਚ ਗਏ। ਤੇ ਨੈਕਸਟ ਡੇ ਆ ਗਏ ਵੀ ਕੱਲ ਉਹ ਸੀਨ ਹੈ ਜਿਹਦੇ 'ਚ ਉਹ ਜਿਉਣੇ ਨੂੰ ਲੈ ਕੇ ਆਉਂਦੇ, ਉਹਦੇ 'ਚ ਬੱਗੀ ਦੇ ਵਿੱਚ 300 ਜਾਣੇ ਆ, ਮਿਕਸ ਮੇਲ ਫੀਮੇਲ ਬੱਚੇ ਵੀ। ਤੇ ਸਾਡੇ ਕੋਲ ਕੁਛ ਵੀ ਨਹੀਂ, ਸਾਡੇ ਕੋਲ ਸਾਰੇ 20 ਜਾਂ 25 ਉਹ ਰੈਡੀ ਹੋਏ, ਉਹ ਵੀ ਮਤਲਬ ਕਲਰ ਨਹੀਂ ਕੀਤਾ ਹੋਇਆ ਸੀ ਉਹਨਾਂ ਨੂੰ। ਤੇ ਫਿਰ ਇੱਕਦਮ ਇਹ ਹੈ ਕਿ ਹੁਣ ਤਾਂ ਕੱਲ ਤਾਂ ਸੀਨ ਹੈ, 12 12:30 ਵਜੇ ਸੀਨ ਹੈ। ਔਰ ਰਾਤ ਦੇ ਜਿਹੜੀ ਗੱਲ ਹੋਈ ਹੈ ਵੀ ਕੱਲ ਨੂੰ ਚਾਹੀਦੇ ਹੋਈ ਸੀ 6 6:30 ਵਜੇ ਗੱਲ ਹੋਈ ਸੀ। ਔਰ ਨੈਕਸਟ ਡੇ ਉਹ ਸੀ 300 ਰੈਡੀ ਕਰਨੇ। ਸਪੋਜ਼ ਸਾਡੇ ਕੋਲ 100 ਅਗਰ ਹੈਗੇ ਸਾਰੇ ਪਿਛਲੇ ਮਿਲਾ ਕੇ ਜੋ ਵੀ ਹੈ ਨਾ, ਤੇ ਬਾਕੀ ਸਾਰੇ ਅਸੀਂ ਰੈਡੀ ਕਰਨੇ। ਔਰ ਅਸੀਂ ਸਾਰੇ ਰੈਡੀ ਕੀਤੇ ਵੀ 2-3 ਜਿਹੜੇ ਟੇਲਰ ਸੀਗੇ, ਜਿਹੜੇ ਪਿੰਡ 'ਚ ਇੱਕ ਟੇਲਰ ਸੀਗਾ ਟੇਢਾ ਬਿੰਗਾ, ਸਭ ਸੀ ਕੇ ਦਿੱਤਾ ਜੋ ਵੀ ਸੀ ਉਹ ਲਿਆ ਸੀ। ਮੇਰੇ ਟੇਲਰਾਂ ਨੇ ਇੰਨੀ ਫਾਸਟ ਕੰਮ ਕੀਤਾ ਰਾਤ ਬੈਠ ਕੇ, ਔਰ ਇੰਨਾ ਸੋਹਣਾ ਵਧੀਆ ਕੰਮ ਕੀਤਾ। ਜਿਹੜਾ ਡਾਇਰ ਸੀ ਉਹ ਰੁਕਿਆ ਨਹੀਂ 1 ਸਕਿੰਟ ਲਈ ਵੀ, ਉਹਨੇ ਸਾਰੇ ਡਾਈ ਕੀਤੇ ਪੂਰੇ 300 ਉਹ ਰੈਡੀ ਹੋਏ ਰਾਤ ਦਾ। ਹਾਂ, ਕਿਉਂਕਿ ਮੇਰੇ ਕੋਲ ਟੀਮ ਸੀਗੀ ਹੈ ਨਾ, ਮੈਨੂੰ ਪਤਾ ਸੀ ਵੀ ਮੇਰਾ ਹੋ ਸਕਦਾ, ਤੁਸੀਂ 300 ਕਹਿ ਦਿਓ। ਫਿਰ ਮੈਨੂੰ ਛੇੜਨ ਵੀ ਲੱਗ ਗਏ ਸੀ। ਇੱਕ ਦਿਨ ਅਸੀਂ ਲੰਚ ਕਰ ਰਹੇ ਸੀ ਸਾਰੇ, ਤੇ ਮਤਲਬ ਲਾਸਟ ਦੇ ਡੇ ਸੀ ਜਦੋਂ ਆਲਮੋਸਟ ਸਾਰਾ ਹੈਵੀ ਕੰਮ ਨਿਕਲਿਆ ਸੀਗਾ। ਤੇ ਬੜੇ ਅਸੀਂ ਮਤਲਬ ਹਾਸੀ ਮਜ਼ਾਕ ਚੱਲਦਾ ਹੁੰਦਾ ਲੰਚ, ਸਾਰੇ ਇਕੱਠੇ ਹੁੰਦੇ ਆ, ਮਤਲਬ ਕਾਰਜ ਸਰ ਬੈਠੇ ਹੋ, ਸਾਰੇ ਬੈਠੇ, ਡਾਇਰੈਕਟਰ ਸਾਹਿਬ ਵੀ ਬੈਠੇ ਹੋਏ, ਤੇ ਸਰ ਬਿਲਕੁਲ ਸਾਹਮਣੇ ਬੈਠੇ ਬੈ ਖਾ ਰਹੀ। ਸਰ ਨੇ ਕਿਹਾ ਤਜਿੰਦਰ ਕੱਲ ਨਾ ਇੱਕ ਸੀਨ ਹੈ। ਮੈਂ ਕਿਹਾ ਹਾਂਜੀ ਸਰ ਦੱਸੋ। ਤੇ ਸਰ ਨੇ ਕਿਹਾ ਇੱਦਾਂ ਕਰਕੇ ਰਾਜਾ ਦੀ ਡਰੈਸ ਬਣਨੀ ਹੈ, 50 ਇੱਦਾਂ ਕਰਕੇ ਉਹਨਾਂ ਦੇ ਉਹ ਹੋਣਗੇ ਵੀ, ਸਾਰੀਆਂ ਵਧੀਆ ਡਰੈਸਿਸ ਹੈ ਨਾ, ਬਰੋਕੇਡ ਵਾਲੀਆਂ ਹੋਣਗੀਆਂ ਇੱਦਾਂ, ਤੇ 150 ਦਾ ਕਰਾਊਡ ਹੋਊਗਾ। ਉਹਨਾਂ ਦੀਆਂ ਵੀ ਦੂਜੀਆਂ ਵਧੀਆ ਬਣਾਉਣੀਆਂ ਵਾਲੇ ਯੂਜ਼ ਕਰ ਸਕਦੇ ਆਪਾਂ। ਮੈਂ ਕਿਹਾ ਠੀਕ ਹੈ ਸਰ। ਮੈਂ ਚੁੱਪ ਹੋ ਗਈ। ਮੈਂ ਸੋਚਣ ਲੱਗੀ, ਉਹਨਾਂ ਨੂੰ ਲੱਗਿਆ ਕਿ ਮੈਂ ਘਬਰਾ ਗਈ। ਮੈਂ ਸੋਚਣ ਲੱਗੀ ਕਿ ਇਹਨੂੰ ਕੀ ਕਹਿਣਾ ਹੈ ਨਾ, ਕਿਉਂਕਿ ਮੈਂ ਰੈਡੀ ਮੈਂ ਆਈ ਵਾਜ਼ ਪ੍ਰੀਪੇਅਰਡ ਕਿ ਕਿੱਦਾਂ ਕੀ ਕਰਨਾ। ਫਿਰ ਸਰ ਦੇਖੀਏ ਔਰ ਮੈਂ ਸੋਚ ਰਹੀ ਹਾਂ ਵੀ ਕੀ ਕਰਨਾ। ਔਰ ਮੈਂ फ़ोन ਚੱਕ ਲਿਆ ਮੈਸੇਜ ਕਰਨ ਨੂੰ ਆਪਣੀ ਟੀਮ ਨੂੰ ਵੀ ਰੈਡੀ ਰਹੋ, कल हमने ये करना, हमारे पास क्या क्या पड़ा है। ਇੱਦਾਂ ਮੈਂ ਮੈਸੇਜ ਟਾਈਪ ਕਰਦਾ ਸੀ ਕਿ हमारे पास ब्रोकेड कितना बचा हुआ है। ਤੇ ਸਰ ਕਹਿੰਦੇ ਨਹੀਂ ਮਜ਼ਾਕ ਕਰ ਰਿਹਾ, ਕੋਈ ਗੱਲ ਨਹੀਂ, ਮਜ਼ਾਕ ਕਰ ਰਿਹਾ ਜੀ, ਕੋਈ ਗੱਲ ਨਹੀਂ ਹੈਗੀ। ਤੇ ਵੀ ਇੱਦਾਂ ਵੀ ਹੁੰਦਾ ਵੀ ਵਧੀਆ, ਸਾਰਾ ਕੁਝ ਬਹੁਤ ਸੋਹਣਾ ਸੀਗਾ, ਵਧੀਆ ਸੀ। ਬਹੁਤ ਚੈਲੰਜ ਸੀਗੇ, ਪ੍ਰੋਬਲਮ ਨਹੀਂ ਸੀ ਮੈਂ ਕਹੂੰਗੀ। ਚੈਲੰਜ ਤਾਂ ਬਹੁਤ ਨੈਕਸਟ ਲੈਵਲ ਦੇ ਚੈਲੰਜ ਆਏ ਇੱਦਾਂ। ਇਹ ਜਿਹੜੀਆਂ ਵਾਲੀਆਂ ਵੀ ਨਾਈਟ ਵਰਕ ਜਿਹੜੇ ਸੀ ਸਾਡੇ, ਵੀ ਹਫਤੇ 'ਚ 3 ਦਿਨ ਤਾਂ ਨਾਈਟ ਅਸੀਂ ਸਟੇ ਕਰਦੇ ਹੀ ਸੀ ਉੱਥੇ, ਪੂਰੀ ਠੰਡ ਹੁੰਦੀ ਸੀ। ਤੇ ਠੁੱਠੁਰਦੇ ਅਸੀਂ ਉਹ ਕੱਪੜੇ ਡਾਈ ਵੀ ਕਰਨੇ, ਸੁਕਾਉਣੇ ਉੱਥੇ ਹੀ, ਸੁਕਾਉਣੇ ਨਾਲੇ ਮਤਲਬ ਅੱਗ ਬਾਲ ਕੇ ਸੁਕਾਉਣੇ, ਬੜਾ ਵਧੀਆ। ਜਿੱਦਾਂ ਤੁਸੀਂ ਕਿਹਾ ਕਿ ਰਾਤ ਨੂੰ, ਕਿਉਂਕਿ ਮੋਸਟਲੀ ਰਾਜਸਥਾਨ 'ਚ ਸ਼ੂਟ ਹੋਈ ਆ। ਹਾਂਜੀ, ਸਾਰੀ ਉੱਥੇ ਸੂਰਤਗੜ੍ਹ ਜਿਹੜਾ ਹੈ ਨਾ ਰਾਜਸਥਾਨ 'ਚ। ਤੇ ਰਾਤ ਨੂੰ ਟੈਂਪਰੇਚਰ ਕਾਫੀ ਫਾਲ ਕਰਦਾ ਹੋਊਗਾ। ਕਾਟਨ ਤੁਸੀਂ ਕਿਹਾ ਮੋਸਟਲੀ ਯੂਜ਼ ਹੋਈ ਆ ਕੱਪੜਿਆਂ ਦੇ ਵਿੱਚ, ਤਾਂ ਕਿਤੇ ਐ ਵੀ ਹੁੰਦਾ ਵੀ ਕੰਫਰਟ ਵਾਸਤੇ ਜਿਹੜੀ ਫਿਜ਼ੀਕਲ ਅਪੀਅਰੈਂਸ ਆ ਉਹਨੂੰ ਕਿਤੇ ਨਾ ਕਿਤੇ ਛੱਡਣਾ ਪਏ, ਜਾਂ ਫਿਰ ਉਹ ਤਾਂ ਚੱਲਣਾ ਹੀ ਪੈਂਦਾ ਕਿ ਜੋ ਹੁਣ ਹੋ ਰਿਹਾ ਲੁੱਕ ਨੂੰ ਨਹੀਂ ਅਸੀਂ ਕੰਪਰੋਮਾਈਜ਼ ਕਰ ਸਕਦੇ? ਨਹੀਂ, ਉਹਦੀ ਜ਼ਰੂਰਤ ਹੀ ਨਹੀਂ ਪਈ ਹੈਗੀ। ਲਾਈਕ ਜਿੱਦਾਂ ਜਿਹੜਾ ਤਾਂ ਜੂਨੀਅਰਸ ਹੁੰਦੇ ਸੀ ਨਾ, ਠੰਡ ਬਹੁਤ ਸੀਗੀ, ਬਜ਼ੁਰਗ ਸੀਗੇ, ਉਹ ਜਿਹੜੇ ਥੱਲੇ ਜਿਹੜੇ ਕੱਪੜੇ ਪਾਏ ਹੁੰਦੇ ਸੀ ਨਾ, ਉਹਦੇ ਉੱਤੋਂ ਦੀ ਕਾਸਟਿਊਮ ਪਾ ਲੈਂਦੇ ਸੀ। ਜਿਹੜੇ ਤਾਂ ਬਹੁਤ ਅੱਗੇ ਮੂਹਰੇ ਆਣੇ ਹੁੰਦੇ ਸੀਗੇ, ਉਹਨਾਂ ਦੇ ਤਾਂ ਸਾਨੂੰ ਕਹਿਣਾ ਪੈਂਦਾ ਸੀ ਵੀ ਥੱਲੋਂ ਨਜ਼ਰ ਆ ਰਿਹਾ, ਵੀ ਤੁਸੀਂ ਸਾਨੂੰ ਰਿਮੂਵ ਕਰਨਾ ਪਏਗਾ। ਬਜ਼ੁਰਗਾਂ ਨੂੰ ਅਸੀਂ ਨਹੀਂ ਕਹਿੰਦੇ ਸੀ। ਫਿਰ ਅਸੀਂ ਕੀ ਚੀਜ਼ ਕੀਤੀ ਹੋਈ ਕਿ ਸਾਰਿਆਂ ਵਾਸਤੇ ਅਸੀਂ ਕੰਬਲ ਪ੍ਰੋਵਾਈਡ ਕੀਤੇ ਹੋਏ ਸੀ, ਹੈ ਨਾ। ਤੇ ਕੰਬਲ ਉਹਨਾਂ ਨੂੰ ਜਦੋਂ ਸੀਨ ਹੋਣਾ ਲਾ ਕੇ ਫਿਰ ਰੱਖਦੇ ਨੇ ਸਾਈਡ 'ਤੇ, ਉਹਨਾਂ ਨੇ ਉਹ ਕਰਨੇ ਸੀ। ਤੇ ਜਿਹੜੇ ਮੇਨ ਐਕਟਰ ਸੀਗੇ ਉਹਨਾਂ ਦੇ ਕਾਫੀ ਸੀਨ, ਜਿਹੜੇ ਘੋੜਿਆਂ ਵਾਲੇ ਸੀਨ, ਉਹਨਾਂ ਦੇ ਤਾਂ ਇਨਰਸ ਪਾਉਂਦੇ ਸੀ, ਕਿਉਂਕਿ ਉਹ ਬਹੁਤ ਮੁਸ਼ਕਿਲ ਸੀ, ਘੋੜਿਆਂ 'ਤੇ ਤਾਂ ਬਹੁਤ ਜ਼ਿਆਦਾ ਠੰਡ ਲੱਗਦੀ ਫਿਰ। ਤੇ ਜਦੋਂ ਕੋਈ ਜਿਹੜਾ ਉਹਦਾ ਸੀਨ ਹੋਣਾ ਜਿਹ 'ਚ ਬਹੁਤ ਹੀ ਕਲੋਜ਼ਅਪ ਹੈ, ਫਿਰ ਰਿਮੂਵ ਹੁੰਦਾ ਸੀਗਾ ਉਸ ਟਾਈਮ। ਮਤਲਬ ਟਫ ਤਾਂ ਸੀ ਬਹੁਤ, ਬਟ ਕਿਸੇ ਨੇ ਕੋਈ ਇੱਦਾਂ ਇਤਰਾਜ਼ ਨਹੀਂ ਕੀਤਾ ਇਸ ਚੀਜ਼ 'ਤੇ, ਵੀ ਪੂਰਾ ਕੋਆਪਰੇਟ ਹੋਇਆ। ਬਟ ਅਸੀਂ, ਸਾਡੀ ਪੂਰੀ ਕੋਸ਼ਿਸ਼ ਵੀ ਰਹੀ ਕਿਸੇ ਨੂੰ ਠੰਡ ਦਾ ਨਾਲ ਪ੍ਰੋਬਲਮ ਨਾ ਹੋਏ। ਤੁਸੀਂ ਜਦੋਂ ਕਿਹਾ ਕਿ ਮੈਂ ਆਪਣੀ ਟੀਮ ਨੂੰ, ਜਦੋਂ ਉਹ 300 ਜਣਿਆਂ ਦਾ ਅਟਾਇਰ ਜਿਹੜਾ ਉਹ ਸੈੱਟ ਕਰਨਾ ਸੀਗਾ, ਤਾਂ ਵੀ ਉਹਨਾਂ ਨੇ ਸੀਰੀਅਸ ਨਹੀਂ ਲਿਆ, ਮਤਲਬ ਪ੍ਰੈਂਕਸ ਜਾਂ ਮਜ਼ਾਕ ਅੱਗੇ ਚੱਲਦਾ ਹੋਏਗਾ ਤਾਂ ਹੀ ਉਹਨੂੰ ਲਾਈਟਲੀ ਲੈ ਗਏ। ਤਾਂ ਸੈੱਟ 'ਤੇ ਕੌਣ ਅਦਾਕਾਰ ਹੈ ਜਾਂ ਕੋਈ ਹੋਰ ਜਿਹੜਾ ਟੀਮ ਦਾ ਮੈਂਬਰ ਹੈ, ਕਿਸੇ ਵੀ ਕਰੂ ਦਾ ਮੈਂਬਰ ਹੈ, ਕੌਣ ਸਭ ਤੋਂ ਜ਼ਿਆਦਾ ਪ੍ਰੈਂਕ ਕੌਣ ਕਰਦਾ ਹੈ, ਸਭ ਤੋਂ ਜ਼ਿਆਦਾ ਤੰਗ ਕੌਣ ਕਰਦਾ ਹੈ? ਮਤਲਬ ਵੀ ਉਹਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਪੰਗਾ ਲੈ ਕੇ ਰੱਖਣਾ। ਨਹੀਂ, ਕੋਈ ਵੀ ਨਹੀਂ ਸੀਗਾ, ਕਿਉਂਕਿ ਸਿਚੁਏਸ਼ਨ ਹੀ ਐਸੀ ਨਹੀਂ ਸੀ। ਓਨੈਸਟਲੀ ਹੈਲਪ ਕਰਨ ਸਾਰੇ ਆਉਂਦੇ ਸੀਗੇ। ਮਤਲਬ ਮੈਨੂੰ ਜਿਹੜਾ ਯਾਦ ਹੈ, ਸੱਚੀ ਕਿਸੇ ਕੋਲ ਟਾਈਮ ਹੀ ਨਹੀਂ ਸੀਗਾ, ਕਿਉਂਕਿ ਉਹ ਇੱਦਾਂ ਦਾ ਟਾਈਮ ਸੀ ਪ੍ਰੈਂਕ ਵਾਲਾ। ਆਈ ਡੋਂਟ ਨੋ, ਸਾਡੇ ਨਾਲ ਤਾਂ ਨਹੀਂ ਹੋਇਆ ਵੀ,
ਪਰ ਇਹ ਸੀਗਾ ਕਿ ਜਿਹੜਾ ਚੀਜ਼ ਮੈਨੂੰ ਯਾਦ ਹੈ ਕਿ ਜਿਹੜੀ ਪੁਲਿਸ ਦੀ ਜਿਹੜੀ ਆਰਮੀ ਵਾਲੇ ਸੀਗੇ, ਇੱਕ ਵਾਰੀ ਜਦੋਂ ਕਰਾਊਡ ਆਇਆ ਤੇ ਅਸੀਂ ਵੀ ਸਾਰੇ ਤਿਆਰ ਕਰ ਰਹੇ ਸੀਗੇ, ਤੇ ਜਦੋਂ ਉਹਨਾਂ ਨੇ ਆਪਣੇ ਚੱਕੇ ਆਪਣੇ ਆਪ ਲਿਫਾਫੇ, ਮੈਨੂੰ ਨਹੀਂ ਪਤਾ ਕਦੋਂ, ਆਪੇ ਰੈਡੀ ਹੋਣ ਤੋਂ ਬਾਅਦ ਸਾਰੇ ਰੈਡੀ ਹੋ ਗਏ, ਉਸ ਤੋਂ ਬਾਅਦ ਉਹ ਆਪ ਆ ਗਏ। ਫਿਰ ਉਹਨਾਂ ਨੇ ਕਰਾਊਡ ਨੂੰ ਰੈਡੀ ਕਰਾਉਣਾ ਸ਼ੁਰੂ ਕਰਤਾ ਤੇ ਵਿੱਚ ਮਸਤੀਆਂ ਮਾਰਦੇ ਸੀ, ਬਹੁਤ ਕੁਛ ਕਰਦੇ ਸੀ। ਮੇਰੇ ਕੋਲ ਬਹੁਤ ਵੀਡੀਓਜ਼ ਹੈਗੀਆਂ, ਬਸ ਉੱਦਾਂ ਦੀਆਂ ਮਸਤੀਆਂ ਚੱਲਦੀਆਂ ਸੀ, ਬਟ ਕਿਸੇ ਨੇ ਤੰਗ ਨਹੀਂ ਕੀਤਾ, ਕਿਸੇ ਨੇ ਵੀ ਨਹੀਂ ਕੀਤਾ। ਨਹੀਂ, ਐਸਾ ਕੁਝ ਵੀ ਐਸਾ ਇੰਸੀਡੈਂਟ ਆਈ ਡੋਂਟ ਨੋ, ਉਹਨਾਂ ਦਾ ਆਪਣਾ ਐਕਟਰਸ ਦਾ ਕੁਝ ਹੋਵੇ, ਮਤਲਬ ਮੇਰੇ ਨਾਲ ਨਹੀਂ ਹੈਗਾ। ਵੀ ਮੇਰੇ ਕੋਲ ਤਾਂ ਹਮੇਸ਼ਾ ਹਰ ਬੰਦਾ ਆਇਆ, ਉਸਨੇ ਹੈਲਪ ਕੀਤੀ, ਡਰਾਈਵਰਸ ਆਏ ਹੈ ਨਾ, ਸਪੋਟ ਵਾਲਿਆਂ ਨੇ ਹੈਲਪ ਕੀਤੀ, ਕੋਈ ਐਸਾ ਨਹੀਂ ਸੀ ਜਿਹਨੇ ਨਹੀਂ ਹੈਲਪ ਕੀਤੀ। ਐਕਟਰਸ ਤਾਂ ਕਰਦੇ ਹੀ ਸੀਗੇ। ਕਹਿ ਸਕਦੇ ਕਿ ਆਪਣੇ ਆਪ ਦੇ ਵਿੱਚ ਇੱਕ ਤਰੀਕੇ ਦੀ ਪਾਇਓਨੀਅਰ ਮੂਵੀ ਸੀ, ਇੱਕ ਤਰੀਕੇ ਦੀ ਵੱਖਰੀ ਮੂਵੀ ਸੀ। ਹੁਣ ਤੱਕ ਕਾਮੇਡੀ ਤੇ ਜ਼ਿਆਦਾ ਜ਼ੋਰ ਰਿਹਾ ਪੰਜਾਬੀ ਜੇ ਫਿਲਮ ਇੰਡਸਟਰੀ ਦੀ ਗੱਲ ਕਰੀਏ, ਜਾਂ ਇੱਕ ਦੋ ਜੋਨਰ ਦੇ ਵਿੱਚ ਜ਼ਿਆਦਾ ਕੰਮ ਹੋਇਆ, ਤਾਂ ਹੋਰ ਕਿਹੜੇ ਤੁਹਾਨੂੰ ਲੱਗਦਾ ਕਿ ਇਸ ਜੋਨਰ ਦੀ ਮੂਵੀ ਮੈਂ ਅੱਗੇ ਕਰਨਾ ਪਸੰਦ ਕਰੂੰਗੀ ਜਾਂ ਉਸ ਮੂਵੀ ਦੇ ਨਾਲ ਜੁੜਨਾ ਪਸੰਦ ਕਰੂੰਗੀ? ਕੋਈ ਇਹੋ ਜਿਹੀ ਤੁਹਾਡੀ ਪਸੰਦ ਹੈ? ਮੈਨੂੰ ਜਿਹੜੀ ਵਾਰ ਹੁੰਦੀ ਹੈ ਨਾ, ਲਾਈਕ ਮੈਨੂੰ ਉਹ ਵਾਲੀ ਕਿਸੇ ਫਿਲਮ 'ਚ ਕੰਮ ਕਰਨ ਦਾ ਮੈਨੂੰ ਹੈ ਕਿ ਉਹ ਕੁਛ ਹੋਵੇ, ਲਾਈਕ ਕਿ ਕੋਈ ਵੀ ਹੋਵੇ, ਚਾਹੇ ਹਾਲੀਵੁੱਡ ਦੀ ਹੋਵੇ ਜਾਂ ਕੁਛ ਵੀ ਹੋਵੇ, ਕੋਈ ਵੀ ਕਹਾਣੀ ਦਾ। ਮੈਨੂੰ ਡਨਕਰਕ ਜਿਹੜੀ ਇੱਕ ਫਿਲਮ ਸੀ ਹਾਲੀਵੁੱਡ ਦੀ, ਮੈਨੂੰ ਬਹੁਤ ਪਸੰਦ ਹੈ, ਸਿਨੇਮੈਟਿਕਲੀ ਵੀ, ਕਾਸਟਿਊਮ ਦੇ ਲਿਹਾਜ਼ ਨਾਲ ਵੀ, ਸਟੋਰੀ, ਸਕਰੀਨ ਪਲੇ, ਹਾਂਜੀ ਮੈਨੂੰ ਬਹੁਤ ਪਸੰਦ ਆ ਉਹ ਫਿਲਮ। ਸੋ ਮੇਰੀ ਚਾਹਤ ਹੈ ਕਿ ਉੱਦਾਂ ਦੀ ਕੋਈ ਫਿਲਮ ਹੋਵੇ, ਇੰਡੀਆ 'ਚ ਬਣੇ, ਲੇਕਿਨ ਮਤਲਬ ਇੰਡੀਆ ਦੀ ਕੋਈ ਹਿਸਟਰੀ ਜਿੱਦਾਂ ਵੀ ਉਹਦੇ 'ਤੇ ਕੰਮ ਕਰਨਾ, ਔਰ ਮੈਂ ਬਹੁਤ ਡਿਟੇਲ ਵਰਕ ਕਰਨਾ ਚਾਹੁੰਦੀ ਹਾਂ ਉਹਦੇ 'ਤੇ ਵੀ। ਉਹਦਾ ਹੈ ਕੋਈ ਪੰਜਾਬੀ ਅਦਾਕਾਰ ਜਾਂ ਅਦਾਕਾਰਾ ਜਿਹਦੇ ਨਾਲ ਤੁਸੀਂ ਕੰਮ ਕਰਨਾ ਚਾਹੋ ਕਿ ਮੈਨੂੰ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਦਾ, ਮੈਂ ਇਹਨਾਂ ਦੀ ਟੀਮ ਨਾਲ ਜੁੜਨਾ ਚਾਹੂੰਗੀ? ਮੈਂ ਐਮੀ ਵਿਰਕ ਸਰ ਦੀ ਟੀਮ ਨਾਲ ਹੀ ਜੁੜਨਾ ਚਾਹੁੰਦੀ ਹਾਂ। ਉਹ ਤਾਂ ਤੁਸੀਂ ਜੁੜ ਚੁੱਕੇ ਹੋ। ਹਾਂਜੀ। ਤੇ ਹੋਰ ਕੋਈ ਅਦਾਕਾਰਾ, ਕੋਈ ਐਕਟਰੈਸ? ਮੈਨੂੰ ਇੰਨੀ ਨੌਲੇਜ ਨਹੀਂ ਹੈ, ਮੈਂ ਜ਼ਿਆਦਾ ਕੁਝ ਹੈ ਨਹੀਂ, ਬਟ ਇਹ ਕਿਉਂਕਿ ਮੈਂ ਇਹਨਾਂ ਨੂੰ ਬਹੁਤ ਪਰਸਨਲੀ ਦੇਖਿਆ ਤੇ ਇਹਨਾਂ ਦੀ ਟੀਮ ਨੇ ਮੇਰੀ ਬਹੁਤ ਹੈਲਪ ਕੀਤੀ। ਬਹੁਤ ਵਧੀਆ ਟੀਮ ਹੈ ਇਹਨਾਂ ਦੀ, ਬਹੁਤ ਰਿਸਪੈਕਟ ਦਿੰਦੇ ਸੀਗੇ ਤੇ ਬਹੁਤ ਹੈਲਪਫੁਲ ਸੀ ਈਚ ਐਂਡ ਐਵਰੀ ਵਨ, ਚਾਹੇ ਉਹਨਾਂ ਦਾ ਅਸਿਸਟੈਂਟ ਹੋਏ ਪਰਸਨਲ, ਚਾਹੇ ਉਹਨਾਂ ਦੇ ਟਰਬਨ ਟਾਈ ਕਰਨ ਵਾਲੇ ਹੋਣ, ਚਾਹੇ ਉਹਨਾਂ ਦੇ ਸਿਕਿਉਰਿਟੀ ਗਾਰਡ ਹੋਣ, ਤੇ ਬਹੁਤ ਫੈਮਿਲੀ ਵਾਂਗੂ ਉਹਨਾਂ ਨੇ, ਜਿਹਦਾ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਮੈਂ ਬਹੁਤ ਡਿਫੀਕਲਟ ਹੋਇਆ ਕਿ ਮੈਂ ਇੰਨੇ ਵੱਡੇ ਐਕਟਰ ਨਾਲ, ਪੰਜਾਬੀ ਐਕਟਰ ਨਾਲ ਨਹੀਂ ਕੰਮ ਕੀਤਾ, ਤੇ ਪਰ ਉਹਨਾਂ ਨੇ ਮੈਨੂੰ ਬਹੁਤ ਜਿੱਦਾਂ ਵੀ ਘਰ ਦੇ ਹੀ ਮੇਰੇ ਬੰਦੇ ਹੈ, ਕੋਈ ਐਵੇਂ ਮਹਿਸੂਸ ਕਰਾਇਆ। ਸੋ ਮੈਂ ਤਾਂ ਉਹਨਾਂ ਨਾਲ ਹਮੇਸ਼ਾ ਕੰਮ ਕਰਨਾ ਚਾਹੂੰਗੀ। ਜੀ, ਇੱਕ ਆਖਰੀ ਸਵਾਲ ਮੈਂ ਤੁਹਾਨੂੰ ਕਰੂੰਗਾ, ਕਿਉਂਕਿ ਚਰਚਿਤ ਹੋਇਆ ਸੀ, ਐਮੀ ਵਿਰਕ ਹੋਣਾ ਤੋਂ ਵੀ ਇਸ ਗੱਲ ਬਾਰੇ ਸਵਾਲ ਕੀਤੇ ਗਏ ਸੀ ਕਿ ਬਾਲੀਵੁੱਡ ਦੀ ਵੀ ਜੇਕਰ ਗੱਲ ਕਰ ਲਈਏ ਤਾਂ ਈਦ ਤੇ ਦੀਵਾਲੀਆਂ ਵੰਡੀਆਂ ਜਾਂਦੀਆਂ ਨੇ ਕਿ ਫਲਾਣੇ ਤਿਉਹਾਰ ਮੌਕੇ ਸ਼ਾਹਰੁਖ ਆਊਗਾ, ਫਲਾਣੇ 'ਤੇ ਸਲਮਾਨ ਆਊਗਾ, ਬਟ ਪੰਜਾਬੀ ਇੰਡਸਟਰੀ ਦੇ ਵਿੱਚ ਯੋਗਰਾਜ ਸਿੰਘ ਵੀ ਬੋਲਦੇ ਨਜ਼ਰ ਆਏ ਕਿ ਸੇਮ ਡੇ 'ਤੇ ਦੋ ਮੋੜ ਆਮੋ ਸਾਹਮਣੇ ਕਰਨ ਦੀ ਕੀ ਲੋੜ ਪੈ ਗਈ ਸੀ? ਕਿ ਇਹ ਸਿਆਸਤ ਸੀ, ਇਸ ਚੀਜ਼ ਦਾ ਕੋਈ ਪ੍ਰਭਾਵ ਔਨ ਸੈੱਟ ਜਾਂ ਆਫਟਰ ਰਿਲੀਜ਼ ਮਹਿਸੂਸ ਹੋਇਆ? ਨਹੀਂ, ਸਾਨੂੰ ਬਿਲਕੁਲ ਮਹਿਸੂਸ ਨਹੀਂ ਹੋਇਆ। ਇਹਦੇ ਬਾਰੇ ਮੈਂ ਇਹ ਕਹਿਣਾ ਚਾਹੂੰਗੀ, ਜਿੱਦਾਂ ਹੁਣ ਸਾਡੀ ਮੋੜ ਬਹੁਤ ਪਿਆਰੀ ਹੈ ਨਾ, ਉਹਨਾਂ ਨੂੰ ਵੀ ਆਪਣੀ ਜੋੜਾ ਮੋੜ ਬਹੁਤ ਪਿਆਰੀ ਹੋਊਗੀ, ਤੇ ਉਹਨਾਂ ਦਾ ਜੋ ਡਿਸੀਜ਼ਨ ਸੀ ਉਹ ਵੀ ਸਹੀ ਸੀਗਾ। ਤੇ ਅਸੀਂ ਤਾਂ ਬਣਾਈ ਬਹੁਤ ਵੱਡੀ ਫਿਲਮ ਸੀ, ਹੈ ਨਾ, ਤੇ ਸਾਡੀ ਫਿਲਮ 'ਚ ਤਾਂ ਬਹੁਤ ਪੈਸਾ ਲੱਗਿਆ ਤੇ ਸਭ ਦੀ ਬਹੁਤ ਮਿਹਨਤ। 7 ਮਹੀਨੇ ਅਸੀਂ ਘਰ ਤੋਂ ਦੂਰ ਰਹੇ ਹਾਂ, ਪਤਾ ਨਹੀਂ ਕੀ ਹੋਇਆ। ਮਤਲਬ ਸਾਡੇ ਸੈੱਟ 'ਤੇ ਇੱਕ ਬਜ਼ੁਰਗ ਸੀ, ਉਹਨਾਂ ਦੀ ਮੌਤ ਵੀ ਹੋਈ ਹੈ ਨਾ ਡਿਊਰਿੰਗ ਸ਼ੂਟ, ਜਿਹੜੇ ਕਿ ਉਹਦੇ 'ਚ ਆਏ ਸੀ। ਵਿਕਰਮਜੀਤ ਵਿਰਕ ਸਰ ਹੈ, ਉਹਨਾਂ ਦੇ ਫਾਦਰ ਦੀ ਡੈਥ ਹੋਈ ਜਦੋਂ ਸ਼ੂਟ ਕਰ ਰਹੇ ਸੀ। ਤੇ ਸਾਡੀ ਇਮੋਸ਼ਨਸ ਵੀ ਬੜੇ ਜੁੜੇ ਹੋਏ ਆ ਇਹਦੇ ਨਾਲ, ਹੈ ਨਾ। ਸਾਡੀ ਮਿਹਨਤ, ਉਹ ਸਾਡੇ ਲਈ ਵੀ ਉਨੀ ਪਿਆਰੀ ਸੀ, ਉਹਨਾਂ ਲਈ ਜਿੱਦਾਂ ਸਾਡੇ ਲਈ ਪਿਆਰੀ, ਸ਼ਾਇਦ ਉਹਨਾਂ ਲਈ ਵੀ ਉਨੀ ਪਿਆਰੀ ਹੋਊਗੀ। ਤੇ ਉਹਨਾਂ ਨੇ ਉਹ ਕਿਉਂ ਕੀਤੀ ਉਹਦੇ ਬਾਰੇ ਤਾਂ ਮੈਂ ਨਹੀਂ ਜਾਣਦੀ, ਹੈ ਨਾ, ਕਿਉਂ ਕੀਤੀ, ਬਟ ਮੈਨੂੰ ਇੱਦਾਂ ਲੱਗਦਾ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਡੀ ਕਿਸੇ ਟੀਮ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ। ਤੇ ਜੋ ਵੀ ਹੋਇਆ ਅੱਛਾ ਹੋਇਆ। ਉਹਨਾਂ ਦੀ ਫਿਲਮ ਵੀ ਬਹੁਤ ਵਧੀਆ ਸੀ, ਕਿਉਂਕਿ ਡੈਫੀਨੇਟਲੀ ਉਹ ਵੀ ਇੱਕ ਟ੍ਰੇਡਮਾਰਕ ਉਹਨਾਂ ਨੇ ਸੈੱਟ ਕੀਤਾ ਸੀ ਅੱਜ ਤੱਕ। ਤੁਸੀਂ ਦੇਖੀ ਸੀ ਉਹ? ਵੈਸੇ ਮੈਂ ਨਹੀਂ ਦੇਖੀ, ਬਟ ਮੈਂ ਥੋੜੇ ਸੀਨ ਦੇਖੇ ਹੋਏ ਆ ਉਹਦੇ। ਜੇ ਮੈਂ ਸ਼ਾਇਦ ਦੇਖੀ ਵੀ ਹੋਗੀ ਤਾਂ ਮੈਨੂੰ ਯਾਦ ਨਹੀਂ ਇਸ ਟਾਈਮ, ਮਤਲਬ ਆਫਕੋਰਸ ਦੇਖੀ ਹੋਗੀ ਬਚਪਨ 'ਚ ਕਿਤੇ, ਤੇ ਬਟ ਸਾਨੂੰ ਹੁਣ ਹਾਲੇ ਮੌਕਾ ਨਹੀਂ ਮਿਲਿਆ। ਹਾਲੇ ਤੱਕ ਅਸੀਂ ਉਸੇ ਕੰਮ 'ਚ ਬਿਜ਼ੀ ਹਾਂ ਆਪਣੇ ਹੀ ਫਿਲਮ ਦੇ ਲਾਈਕ, ਤੇ ਜ਼ਰੂਰ ਦੇਖਾਂਗੇ, ਬਟ ਮੈਂ ਇਸ 'ਚ ਮੈਨੂੰ ਨਹੀਂ ਲੱਗਦਾ ਕੁਛ ਵੀ ਗਲਤ ਹੈ। ਠੀਕ ਹੈ, ਉਹਨਾਂ ਦੀ ਇੱਛਾ ਹੈ, ਤੇ ਇੱਧਰ ਮਤਲਬ ਸਾਡੀ ਮਿਹਨਤ ਹੈ। ਹਾਂਜੀ, ਤੇ ਦੋਨੋਂ ਆਪਣੀ ਆਪਣੀ ਜਗ੍ਹਾ ਸਹੀ ਹੈ। ਜੀ ਬਿਲਕੁਲ। ਤੇ ਜਿਹੜੇ ਲੋਕਾਂ ਨੇ ਭਰਵਾਂ ਪਿਆਰ ਨਾਲ ਹੁੰਗਾਰਾ ਵੀ ਦਿੱਤਾ, ਉਹਨਾਂ ਲੋਕਾਂ ਨੂੰ ਤੁਸੀਂ ਸਾਡੇ ਮਾਧਿਅਮ ਰਾਹੀਂ ਕੁਝ ਕਹਿਣਾ ਚਾਹੋ? ਕਿਉਂਕਿ ਆਡੀਅנס ਤੇ ਆਰਟਿਸਟ, ਜਾਂ ਫਿਰ ਤੁਸੀਂ ਆਰਟਿਸਟ ਦੀ ਟੀਮ ਹੋ, ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਹੈ, ਉਹ ਬਹੁਤ ਵੱਡੀ ਟੀਮ ਕੰਮ ਕਰਦੀ, ਤੁਸੀਂ ਉਸ ਦਾ ਹਿੱਸਾ ਹੋ। ਕੋਈ ਆਡੀਅנס ਨੂੰ ਅਪੀਲ ਕਰਨਾ ਚਾਹੋ? ਕਿਉਂਕਿ ਅਕਸਰ ਇਹ ਗੱਲਾਂ ਹੁੰਦੀਆਂ ਕਿ ਕੰਟੈਂਟ ਤਾਂ ਆਡੀਅנס 'ਤੇ ਡਿਪੈਂਡ ਕਰਦਾ, ਜੋ ਆਡੀਅנס ਮੰਗੇਗੀ ਸੀ ਉਹ ਦਿਆਂਗੇ। ਕੁਝ ਕਹਿਣਾ ਚਾਹੋ? ਮੈਂ ਆਡੀਅנס ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਡੀਅנס ਦਾ ਹਮੇਸ਼ਾ ਸ਼ਾਇਦ ਬਾਲੀਵੁੱਡ ਨੂੰ ਇਹ ਸ਼ਿਕਾਇਤ ਰਹਿੰਦੀ ਸੀ ਵੀ ਅਸੀਂ ਸਾਊਥ ਦੇ ਲੈਵਲ ਦੀ ਫਿਲਮ ਨਹੀਂ ਬਣਾਉਂਦੇ, ਅਸੀਂ ਬਾਲੀਵੁੱਡ ਲੈਵਲ ਦੀ ਫਿਲਮ ਨਹੀਂ ਬਣਾਉਂਦੇ, ਹੈ ਨਾ।
ਤੇ ਅਸੀਂ ਇਸ ਵਾਰ ਕੋਸ਼ਿਸ਼ ਕੀਤੀ ਹੈ। ਠੀਕ ਹੈ, ਉਹ ਮੈਨੂੰ ਇਦਾਂ ਲੱਗਦਾ ਕਿ VFX ਤਾਂ ਹਾਲੀਵੁੱਡ ਨੂੰ ਟੱਚ ਕਰਕੇ ਗਿਆ ਹੈ, ਡੈਫੀਨੇਟਲੀ ਕਰਕੇ ਗਿਆ। ਤੇ ਕਾਸਟਿਊਮ ਵੀ ਵਧੀਆ ਹੋਇਆ, ਆਰਟ ਨੈਕਸਟ ਲੈਵਲ ਦਾ ਹੋਇਆ, ਆਰਟ ਦੀ ਤਾਂ ਬਹੁਤ ਸਟੋਰੀਜ਼ ਹੈ ਨਾ। ਤੇ ਇਸ ਕਰਕੇ ਮੈਂ ਕਹੂੰਗੀ ਸਿਰਫ ਇਸ ਚੀਜ਼ ਕਰਕੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਕੀ ਪਸੰਦ ਨਹੀਂ ਆਇਆ ਨਾ, ਵੀ ਕਿੱਥੇ ਕੀ ਕਮੀ ਰਹੀ ਹੈ। ਜੇ ਕਮੀਆਂ ਰਹਿੰਦੀਆਂ ਹੈ, ਜੇ ਕਮੀਆਂ ਨਾ ਰਹਿਣ ਤਾਂ ਅਸੀਂ ਰੱਬ ਹੋ ਜਾਵਾਂਗੇ ਸ਼ਾਇਦ। ਤੇ ਬਸ ਇਸ ਕੋਸ਼ਿਸ਼ ਲਈ ਜਿਹੜੀ ਅਸੀਂ ਇੱਕ ਬਾਲੀਵੁੱਡ ਨੂੰ ਇੱਕ ਨੈਕਸਟ ਲੈਵਲ ਤੇ ਇੱਕ ਸਟੈਪ ਹੀ ਚੁੱਕਿਆ ਸ਼ਾਇਦ ਉਹਨਾਂ ਲਈ, ਹੈ ਨਾ, ਜਿਹੜਾ ਉਹ ਅਸੀਂ ਇੱਕ ਸਟੈਪ ਉਹਨੂੰ ਵਧੀਆ ਕਰਨ ਲਈ ਚੁੱਕਿਆ, ਸਿਰਫ ਉਸ ਕੋਸ਼ਿਸ਼ ਲਈ ਇਸ ਫਿਲਮ ਨੂੰ ਜ਼ਰੂਰ ਦੇਖੋ। ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਅਸੀਂ ਅੱਗੇ ਵੀ ਤੁਹਾਡੇ ਨਾਲ ਵੀ ਵਾਰਤਾਲਾਪ ਕਰਾਂਗੇ ਤਾਂ ਕਿ ਦਰਸ਼ਕਾਂ ਨੂੰ ਦੱਸ ਸਕੀਏ ਕਿ ਬਿਹਾਈਂਡ ਦਾ ਕੈਮਰਾ ਪ੍ਰੋਸੈਸ ਕੀ ਹੁੰਦਾ, ਕਿਵੇਂ ਫਿਲਮਾਂ ਬਣਦੀਆਂ ਨੇ, ਕਿੰਨੀ ਮਿਹਨਤ ਲੱਗਦੀ ਆ। ਤੁਸੀਂ ਬਹੁਤ ਸਾਰੀਆਂ ਗੱਲਾਂ ਦੱਸੀਆਂ ਵੀ, ਤੇ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਪਸੰਦ ਵੀ ਆਈਆਂ ਹੋਣਗੀਆਂ। ਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਇਸ ਇੰਟਰਵਿਊ ਬਾਬਤ, ਸਾਡੇ ਸਾਂਝੇ ਕੀਤੇ ਗਏ ਵਿਚਾਰਾਂ ਬਾਬਤ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਤੇ ਬਰਾਊਜ਼ ਡੇਲੀ TV ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ, ਜੁੜੇ ਰਹੋ ਸਾਡੇ ਨਾਲ। ਧੰਨਵਾਦ।